सत श्री अकाल जी दा खालस टीवी देखने वाले देश दुनिया के साढ़े सारे दर्शकों का बहुत बहुत स्वागत है। पंजाब ਦੀਆਂ ਵੱਡੀਆਂ खबरों के इस खास टॉप न्यूज़ बुलेटिन ਦੇ ਨਾਲ मैं हरशरण कौर। इस खास बुलेटिन ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ 7 ਜੂਨ ਦੀਆਂ ਹੁਣ ਤੱਕ ਦੀਆਂ ਪੰਜਾਬ ਦੀਆਂ ਸਾਰੀਆਂ ਵੱਡੀਆਂ ਤਾਜ਼ਾ ਤੇ ਅਹਿਮ ਖਬਰਾਂ। ਸਭ ਤੋਂ ਪਹਿਲਾਂ ਮੌਸਮ ਦੀ ਜਾਣਕਾਰੀ। ਮੌਸਮ ਵਿਭਾਗ ਦੀ ਪੇਸ਼ੀਨਗੋਈ ਦੇ ਮੁਤਾਬਿਕ 7 ਜੂਨ ਨੂੰ ਪੰਜਾਬ ਦੇ ਵਿੱਚ ਹਲਕੀ ਬੱਦਲਵਾਈ ਤੇ ਛਾਈ ਰਹੀ, ਪਰ ਮੀਂਹ ਦੀ ਖਬਰ ਸਾਨੂੰ ਕਿਧਰੋਂ ਨਹੀਂ ਮਿਲੀ। ਜੇ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪਿਆ ਹੈ ਸਾਨੂੰ ਜ਼ਰੂਰ ਦੱਸਿਓ। ਪਰ 6 ਜੂਨ ਦੇ ਮੀਂਹ ਨੇ ਗੁਰਦਾਸਪੁਰ ਜ਼ਿਲ੍ਹੇ ਨੂੰ ਜ਼ਰੂਰ ਕੰਬਾ ਕੇ ਰੱਖ ਦਿੱਤਾ ਹੈ ਤੇ ਤੇਜ਼ ਰਫ਼ਤਾਰ ਦੇ ਨਾਲ ਆਈ ਹਨੇਰੀ ਤੇ ਝੱਖੜ ਕਾਰਨ ਲੋਕਾਂ ਦਾ ਭਾਰੀ ਨੁਕਸਾਨ ਹੋਇਆ। ਸੜਕਾਂ ਤੇ ਖੜੀਆਂ ਕਾਰਾਂ ਉੱਤੇ ਰੁੱਖ ਡਿੱਗੇ, ਕਈ ਦੁਕਾਨਾਂ ਦੀਆਂ ਟੀਨਾਂ ਦੇ ਸ਼ੈੱਡ ਤੇਜ਼ ਰਫ਼ਤਾਰ ਹਨੇਰੀ ਝੱਖੜ ਦੇ ਨਾਲ ਉੱਡ ਗਏ। ਗੁਰਦਾਸਪੁਰ ਦੇ ਜੇਲ੍ਹ ਰੋਡ ਤੇ ਸਥਿਤ ਕਾਰ ਡੈਂਟਿੰਗ ਪੇਂਟਿੰਗ ਦੀ ਦੁਕਾਨ ਦੇ ਬਾਹਰ ਖੜੀਆਂ ਦੋ ਜਿਹੜੀਆਂ ਕਾਰਾਂ ਨੇ ਉਹਨਾਂ ਦੇ ਉੱਤੇ ਤੇਜ਼ ਹਨੇਰੀ ਤੇ ਝੱਖੜ ਕਾਰਨ ਰੁੱਖ ਟੁੱਟ ਕੇ ਡਿੱਗ ਪਏ। ਪੀੜਤ ਦੁਕਾਨਦਾਰਾਂ ਦਾ ਲੱਖਾਂ ਰੁਪਈਆਂ ਦਾ ਨੁਕਸਾਨ ਹੋਇਆ। चंडीगढ़ मौसम विभाग ने ताज़ा जिहड़ी पेशीनगोई की है उसके मुताबिक 8 जून तो लैके 11 जून तक पूरे सूबे दे विच किते किते हल्का मींह पैण दी संभावना है। 11 जून नूं पूरे सूबे दे विच गरज चमक दे नाल हल्का मींह पैण दा येलो अलर्ट भी जारी किया गया। अगले 4 दिनां दे विच वध तों वध तापमान दे विच 2 तो लैके 3 डिग्री सैल्सियस दा वाधा होवेगा। इस तों बाद सूबे दे विच गिरावट आवेगी। खबर किसानां दे लई है। केंद्र सरकार दे मुताबिक किसानां दे लई इह वड्डी राहत भरी खबर है, क्योंकि सौणी दीआं फसलां ਦੇ ਲਈ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵਾਧੇ ਦਾ ਐਲਾਨ ਕਰ ਦਿੱਤਾ ਗਿਆ ਹੈ। ਕੇਂਦਰੀ ਕੈਬਨਿਟ ਨੇ ਮਾਰਕੀਟਿੰਗ ਸੀਜ਼ਨ 2023-24 ਦੇ ਲਈ ਸੌਣੀ ਦੀਆਂ ਫਸਲਾਂ ਦੇ ਐਮਐਸਪੀ ਦੇ ਵਿੱਚ ਵਾਧੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਦੇ ਹੇਠ ਹੋਈ ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਮੀਡੀਆ ਨੂੰ ਦਿੱਤੀ। ਮੰਤਰੀ ਜੀ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ 2023-24 ਦੇ ਲਈ ਝੋਨੇ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ 143 ਰੁਪਏ ਦਾ ਵਾਧਾ ਕਰ ਦਿੱਤਾ ਹੈ ਤੇ ਹੁਣ ਝੋਨੇ ਦੀ ਜਿਹੜੀ ਕੀਮਤ ਹੈ 2183 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਹਾਲਾਂਕਿ 143 ਰੁਪਈਆਂ ਨੂੰ ਇੱਕ ਨਿਗੂਣੀ ਰਕਮ ਹੈ ਜਿਹੜੀ ਉਹ ਕਿਸਾਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ। ਇਸੇ ਤਰ੍ਹਾਂ ਮੂੰਗੀ ਦਾ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਉਹ ਸਭ ਤੋਂ ਵੱਧ ਵਧਾਇਆ ਗਿਆ ਹੈ। 8555 ਰੁਪਏ 558 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਗ੍ਰੇਡ ਝੋਨੇ ਦਾ ਭਾਅ 2203 ਰੁਪਏ ਪ੍ਰਤੀ ਕੁਇੰਟਲ ਹੋ ਗਿਆ। ਜਵਾਰ ਦੀ ਫਸਲ ਦਾ ਘੱਟੋ ਘੱਟ ਸਮਰਥਨ ਮੁੱਲ ਹੁਣ 3180 ਰੁਪਏ ਪ੍ਰਤੀ ਕੁਇੰਟਲ ਹੋ ਗਿਆ ਹੈ। ਕਪਾਹ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ 8.9% ਦਾ ਵਾਧਾ ਹੋਇਆ, ਜਦਕਿ ਸੂਰਜਮੁਖੀ ਤੇ ਸੋਇਆਬੀਨ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵੀ ਵਾਧਾ ਕੀਤਾ ਗਿਆ ਹੈ। ਸੋਇਆਬੀਨ ਦਾ ਘੱਟੋ ਘੱਟ ਸਮਰਥਨ ਮੁੱਲ 300 ਰੁਪਏ ਵਧਾ ਕੇ 4600 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ। ਤਿਲ ਦੀ ਐਮਐਸਪੀ 800 ਰੁਪਏ ਵਧਾ ਕੇ 8635 ਰੁਪਏ ਪ੍ਰਤੀ ਕੁਇੰਟਲ ਕਰ ਦਿੱਤੀ ਗਈ ਹੈ। मूंगफली ਦਾ ਜਿਹੜਾ ਐਮਐਸਪੀ ਹੈ ਉਸ ਦੇ ਵਿੱਚ 527 ਰੁਪਏ ਦਾ ਵਾਧਾ ਕੀਤਾ ਗਿਆ ਹੈ ਤੇ ਹੁਣ ਮੂੰਗਫਲੀ 6377 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਕਪਾਹ ਦੇ ਵਿੱਚ 540 ਰੁਪਏ ਵਧਾ ਕੇ 6820 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਸੂਰਜਮੁਖੀ ਦੇ ਐਮਐਸਪੀ ਦੇ ਵਿੱਚ 360 ਰੁਪਏ ਵਧਾ ਕੇ ਇਹਨੂੰ ਹੁਣ 6760 ਰੁਪਏ ਪ੍ਰਤੀ ਕੁਇੰਟਲ ਕਰ ਦਿੱਤਾ ਗਿਆ ਹੈ। ਤੁਰ ਦੀ ਦਾਲ ਦੇ ਐਮਐਸਪੀ ਦੇ ਵਿੱਚ 400 ਰੁਪਈਆਂ ਦਾ ਵਾਧਾ ਹੋਇਆ, 7000 ਰੁਪਏ ਪ੍ਰਤੀ ਕੁਇੰਟਲ ਇਹ ਜਿਹੜੀ ਦਾਲ ਹੈ ਉਹ ਖਰੀਦੀ ਜਾਵੇਗੀ ਸਰਕਾਰੀ ਰੇਟ ਤੇ। ਉੜਦ ਦਾਲ ਦੇ ਐਮਐਸਪੀ ਦੇ ਵਿੱਚ 350 ਰੁਪਏ ਪ੍ਰਤੀ ਕੁਇੰਟਲ ਦਾ ਵਾਧਾ ਕੀਤਾ ਗਿਆ, ਜਿਸ ਦੇ ਨਾਲ ਹੁਣ ਇਹ 6950 ਰੁਪਏ ਪ੍ਰਤੀ ਕੁਇੰਟਲ ਹੋ ਗਈ ਹੈ। ਸੋ ਕੇਂਦਰੀ ਕੈਬਨਿਟ ਦੇ ਵੱਲੋਂ ਇਹ ਫੈਸਲਾ ਜਿਹੜਾ ਹੈਗਾ ਸੌਣੀ ਦੀਆਂ ਫਸਲਾਂ ਦੇ ਲਈ ਲਿਆ ਗਿਆ ਹੈ। और अभी भी जो मिनिमम सपोर्ट प्राइस में वृद्धि की गई है वो वृद्धि अगर हम अलग अलग जो क्रॉप्स देखें उसमें मूंग दाल पे सबसे अधिक वृद्धि की गई है। मूंग में 10.4% वृद्धि करके 5705 रुपए की जो लागत है उसके बदले 7755 रुपए मूंग पर एमएसपी निर्धारित की गई है। निर्धारित थी पिछले वर्ष और अब उसको बढ़ा के 2023-24 के लिए 8558 रुपए यानी 10.4% की वृद्धि 8558 मूंग दाल पर नई खरीफ मार्केटिंग सीजन के लिए एमएसपी को सुनिश्चित किया गया है। इसी प्रकार से जो ग्राउंडनट है उसमें भी 9% की वृद्धि हुई है और अब 6357 रुपए ग्राउंडनट की एमएसपी रहेगी। सेसमम सीड जो है सेसमम में भी 10.3% की वृद्धि की गई है। 8635 रुपए उसका
एमएसपी तय किया गया है। ਕੇਂਦਰ ਸਰਕਾਰ ਦੇ ਵੱਲੋਂ ਸੌਣੀ ਦੀਆਂ ਫਸਲਾਂ ਦੇ ਵਿੱਚ ਜਿਹੜਾ ਐਮਐਸਪੀ ਦੇ ਵਾਧੇ ਦਾ ਐਲਾਨ ਕੀਤਾ ਗਿਆ ਹੈ ਉਸ ਨੂੰ ਕਿਸਾਨਾਂ ਨੇ ਕੋਝਾ ਮਜ਼ਾਕ ਦੱਸਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਕਿਹਾ ਹੈ ਕਿ ਸਰਕਾਰ ਸਿਰਫ ਤੇ ਸਿਰਫ ਲਾਰੇ ਲਾ ਰਹੀ ਹੈ, ਕਿਸਾਨਾਂ ਦੇ ਨਾਲ ਮਜ਼ਾਕ ਕਰ ਰਹੀ ਹੈ, ਹੋਰ ਕੁਝ ਨਹੀਂ ਕਰ ਰਹੀ। ਇਹ ਜਿਹੜਾ ਵਾਅਦਾ ਕੀਤਾ ਗਿਆ ਉਹ ਨਿਗੁਣਾ ਵਾਅਦਾ ਹੈ। ਅੱਜ ਜਿਹੜੇ ਫਸਲਾਂ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਵਾ, ਕੱਲਾ ਝੋਨੇ ਦੇ ਵਿੱਚ 7% ਰੇਟ ਦਾ ਵਾਧਾ ਵਾ। ਜੇ ਤੁਸੀਂ ਦੇਖੋ ਤਾਂ ਜਿਹੜੇ ਅਸੀਂ ਪਨੀਰੀ ਦੇ ਬੀ ਖਰੀਦੇ ਆ ਉਹਦੇ ਵਿੱਚ ਯਾਰ ਕਿ 200% ਰੇਟ ਦਾ ਵਾਧਾ ਸੀਗੀਆਂ। ਖਾਦਾਂ ਤੋਂ ਸਬਸਿਡੀਆਂ ਵਾਪਸ ਹੋ ਰਹੀਆਂ, ਲਗਾਤਾਰ ਸਾਡੇ ਲਾਗਤ ਖਰਚੇ ਵੱਧ ਰਹੇ ਨੇ। ਇਹ ਤੋਂ ਗਾਹਾਂ ਜਿਹੜਾ ਦਾਲਾਂ ਦੇ ਰੇਟ ਵਿੱਚ ਵਾਧਾ ਕੀਤਾ ਗਿਆ, ਜਿਹੜਾ ਸੋਇਆਬੀਨ ਦੇ ਰੇਟ ਵਿੱਚ ਵਾਧਾ ਕੀਤਾ ਗਿਆ ਜਾਂ ਕਪਾਹ ਦੇ ਰੇਟ ਵਿੱਚ ਵਾਧਾ ਕੀਤਾ ਗਿਆ, ਸਰਕਾਰ ਕਦੀ ਵੀ ਇਹਨਾਂ ਨੂੰ ਪੰਜਾਬ ਦੀਆਂ ਮੰਡੀਆਂ 'ਚੋਂ ਖਰੀਦੀ ਨਹੀਂ ਹੈਗੀ। ਔਰ ਜਿਹੜਾ ਵਾਧਾ ਅੱਜ ਕੀਤਾ ਵਾ ਇਹ ਨਗੂਨਾ ਵਾ, ਨਾ ਕਾਫੀ ਆ, ਇਹ ਮਜ਼ਾਕ ਕਰਨ ਵਾਲੀ ਗੱਲ ਆ। ਸਰਕਾਰ ਸਾਰੀਆਂ ਫਸਲਾਂ ਤੇ ਐਮਐਸਪੀ ਗਰੰਟੀ ਕਾਨੂੰਨ ਬਣਾ ਕੇ ਦੇਵੇ। ਇਸ ਦੇ ਨਾਲ ਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ 8 ਜੂਨ ਤੋਂ ਪੰਜਾਬ ਦੇ 19 ਜ਼ਿਲ੍ਹਿਆਂ ਦੇ ਵਿੱਚ ਐਸਡੀਓ ਦਫ਼ਤਰਾਂ ਦੇ ਬਾਹਰ ਧਰਨੇ ਲਾਉਣ ਦਾ ਐਲਾਨ ਕੀਤਾ ਹੈ। ਪਾਣੀ ਦੇ ਮੁੱਦੇ ਤੇ ਇਹ ਧਰਨੇ ਲਾਏ ਜਾਣਗੇ। ਜਿਹੜੀ ਭਲਵਾਨਾਂ ਨਾਲ ਸਰਕਾਰ ਮੀਟਿੰਗ ਕਰ ਰਹੀ ਆ ਤਾਂ ਜਿਹੜੇ ਬ੍ਰਿਜ ਭੂਸ਼ਣ ਸ਼ਰਨ ਜੀ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤੇ ਕੱਲ ਪੂਰੇ ਪੰਜਾਬ ਦੇ ਵਿੱਚ ਬਿਜਲੀ ਦੀਆਂ ਮੰਗਾਂ ਨੂੰ ਲੈ ਕੇ 19 ਜ਼ਿਲ੍ਹਿਆਂ ਵਿੱਚ 105 ਥਾਵਾਂ ਤੇ ਐਸਡੀਓ ਦਫ਼ਤਰਾਂ ਦੇ ਘਿਰਾਓ ਕਰਾਂਗੇ। ਧੰਨਵਾਦ। ਹਰਿਆਣਾ ਦੇ ਵਿੱਚ ਮੰਗਲਵਾਰ ਨੂੰ ਪੁਲਿਸ ਦੇ ਲਾਠੀਚਾਰਜ ਤੋਂ ਬਾਅਦ ਕਿਸਾਨਾਂ ਦਾ ਗੁੱਸਾ ਥੰਮਦਾ ਨਜ਼ਰ ਨਹੀਂ ਆ ਰਿਹਾ। ਕਿਸਾਨ ਮੁੜ ਬੁੱਧਵਾਰ ਸਵੇਰੇ ਯਮੁਨਾਨਗਰ ਲਾਡਵਾ ਰੋਡ ਤੇ ਇਕੱਠੇ ਹੋਏ। ਤੜਕੇ ਹੀ ਹਰਿਆਣਾ ਦੇ ਕਈ ਇਲਾਕਿਆਂ ਦੇ ਵਿੱਚ ਕਿਸਾਨਾਂ ਨੇ ਹਾਈਵੇ ਜਾਮ ਕਰਨ ਤੇ ਟੋਲ ਪਲਾਜ਼ੇ ਫ੍ਰੀ ਕਰਨ ਦਾ ਐਲਾਨ ਕਰ ਦਿੱਤਾ ਸੀ। ਕੁਰੂਕਸ਼ੇਤਰ ਦੇ ਸ਼ਾਹਬਾਦ ਲਾਡਵਾ ਰੋਡ ਤੇ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਲਾਠੀਚਾਰਜ ਤੋਂ ਬਾਅਦ ਵੀ ਕਿਸਾਨ ਪੂਰੀ ਰਾਤ ਹੜਤਾਲ ਤੇ ਰਹੇ। ਲਾਠੀਚਾਰਜ ਦੇ ਵਿਰੋਧ ਦੇ ਵਿੱਚ ਯੂਪੀ ਦੇ ਵੱਡੇ ਕਿਸਾਨ ਲੀਡਰ ਰਾਕੇਸ਼ ਟਿਕੈਤ ਵੀ ਕਰਨਾਲ ਪਹੁੰਚੇ ਅਤੇ ਕਿਸਾਨਾਂ ਦੇ ਲਾਠੀਚਾਰਜ ਦਾ ਵਿਰੋਧ ਕਰਦਿਆਂ ਕਿਹਾ ਕਿ ਐਮਐਸਪੀ ਨੂੰ ਲੈ ਕੇ ਹੁਣ ਦੇਸ਼ ਦੇ ਵਿੱਚ ਵੱਡਾ ਅੰਦੋਲਨ ਹੋਵੇਗਾ। ਕਿਸਾਨਾਂ ਦੇ ਨਾਲ ਮੁਲਾਕਾਤ ਕੀਤੀ ਜ਼ਖਮੀ ਸਾਥੀਆਂ ਨੂੰ ਮਿਲਣ ਦੇ ਲਈ ਕੁਰੂਕਸ਼ੇਤਰ ਵੀ ਰਵਾਨਾ ਹੋਏ। ਟਿਕੈਤ ਨੇ ਕਿਹਾ ਕਿ ਹੁਣ ਦਿੱਲੀ ਅੰਦੋਲਨ ਤੋਂ ਵੀ ਵੱਡਾ ਅੰਦੋਲਨ ਐਮਐਸਪੀ ਨੂੰ ਲੈ ਕੇ ਹੋਵੇਗਾ ਕਿਉਂਕਿ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੋਈ ਹੈ। ਟਿਕੈਤ ਨੇ ਇਹ ਵੀ ਕਿਹਾ ਕਿ ਦੇਸ਼ ਦੇ ਹਾਲਾਤ ਕੋਰੀਆ ਵਰਗੇ ਬਣਦੇ ਜਾ ਰਹੇ ਨੇ ਜਿੱਥੇ ਦਿਨ ਬ ਦਿਨ ਮਾਹੌਲ ਖਰਾਬ ਹੋ ਰਿਹਾ ਹੈ। देश में एमएसपी पे पहला लाठीचार्ज है। ये पूरे देश में एमएसपी की डिमांड बढ़ेगी और ये बड़ा एक आंदोलन देश में जो दिल्ली का आंदोलन है उससे भी बड़ा आंदोलन एमएसपी पे करना पड़ेगा। तो चोटिल किसानों का हालचाल जानने सब जगह जाएंगे हम, क्या यहाँ से वापसी जा रहे हैं, हालचाल भी जानेंगे, उनसे जेल में भी मिलेंगे, सबसे मिलेंगे। ਟੋਲ ਫ੍ਰੀ ਕਰਨ ਦੀ ਮੁਹਿੰਮ ਕਿਸਾਨਾਂ ਨੇ ਸ਼ੁਰੂ ਕੀਤੀ ਤਾਂ ਕਰਨਾਲ ਦੇ ਨੈਸ਼ਨਲ ਹਾਈਵੇ 44 ਤੇ ਬਸਤਾੜਾ ਟੋਲ ਪਲਾਜ਼ਾ ਤੇ ਸਰਕਾਰ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ। ਇੱਥੇ ਪੁਲਿਸ ਤੇ ਕਿਸਾਨਾਂ ਦੇ ਵਿਚਾਲੇ ਤਣਾਅਪੂਰਨ ਮਾਹੌਲ ਬਣ ਗਿਆ। ਕਿਸਾਨਾਂ ਨੇ ਕੋਸ਼ਿਸ਼ ਤਾਂ ਵਾਹਵਾ ਕੀਤੀ ਪਰ ਪੁਲਿਸ ਨੇ ਕਿਸਾਨਾਂ ਨੂੰ ਜ਼ਬਰਦਸਤੀ ਇਸ ਟੋਲ ਪਲਾਜ਼ਾ ਤੋਂ ਹਟਾ ਦਿੱਤਾ। 5 ਤੋਂ 6 ਕਿਸਾਨਾਂ ਨੂੰ ਹਿਰਾਸਤ ਦੇ ਵਿੱਚ ਵੀ ਲਿਆ ਗਿਆ ਤੇ ਇੱਥੇ ਕਿਸਾਨ ਟੋਲ ਫ੍ਰੀ ਨਹੀਂ ਕਰ ਸਕੇ। ਜਦਕਿ ਸਿਰਸਾ ਦੇ ਵਿੱਚ ਕਿਸਾਨ ਟੋਲ ਪਲਾਜ਼ਾ ਪਰਚੀ ਮੁਕਤ ਕਰਵਾਉਣ ਦੇ ਵਿੱਚ ਕਾਮਯਾਬ ਹੋ ਗਏ। ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਨਾਲ ਜੁੜੇ ਕਿਸਾਨਾਂ ਨੇ ਨੈਸ਼ਨਲ ਹਾਈਵੇ ਨੰਬਰ 9 ਤੇ ਭਾਵਦੀਨ ਟੋਲ ਪਲਾਜ਼ੇ ਨੂੰ ਪਰਚੀ ਮੁਕਤ ਕਰਵਾ ਕੇ ਇੱਥੇ ਧਰਨਾ ਲਾ ਦਿੱਤਾ ਹੈ। ਕਿਸਾਨਾਂ ਨੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਨਿੰਦਿਆ ਕਰਦਿਆਂ ਹਿਰਾਸਤ ਵਿੱਚ ਲਏ ਸਾਰੇ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾ ਕਰਨ ਅਤੇ ਦਰਜ ਮੁਕੱਦਮੇ ਰੱਦ ਕਰਨ ਦੀ ਮੰਗ ਕੀਤੀ। इधर पंजाब के सब तो महंगे टोल प्लाजा लुधियाना का लाडोवाल टोल प्लाजा है उसनों भी किसानों ने टोल फ्री कर दिता है। लाठीचार्ज तो बाद भारतीय किसान यूनियन चड़ूनी के वलों ही इत्थे धरना लाया गया। किसान आगुओं ने कहना कि धरना अणमिथे समय दे लाया गया है। टोल तो जाने वाली गड्डियां फ्री कर दिता गया। जदों तक गुरनाम सिंह चड़ूनी समेत होर आगुओं नूं रिहा नहीं किया जाता उदों तक लाडोवाल टोल प्लाजा फ्री रखा जाएगा। इस मौके हरियाणा के कैबिनेट मंत्री कमल गुप्ता ने बयान दिता कि हर हालत दे विच हरियाणा दे विच अमन कानून की स्थिति बना के रखी जाएगी। गुंडागर्दी कहंदे बर्दाश्त नहीं की जाएगी, किसी नूं गुंडागर्दी करन नहीं दी जाएगी। सरकार तय करेगी कि सही है जां गलत। अपनी गल नूं 100% सही दसना कहंदे बिल्कुल गलत है। दरअसल मंगलवार ਨੂੰ ਸਰਕਾਰ ਨੂੰ ਦਿੱਤਾ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਸੂਰਜਮੁਖੀ ਦੀ ਖਰੀਦ ਐਮਐਸਪੀ ਤੇ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਸ਼ਾਹਬਾਦ ਮਾਰਕੰਡਾ ਜੀਟੀ ਰੋਡ ਤੇ ਬੈਠ ਗਏ ਸਨ ਜਿਸ ਨੂੰ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਵੀ ਕਿਹਾ ਜਾਂਦਾ ਹੈ। ਇਸ ਨੂੰ ਵੇਖਦੇ ਹੋਏ ਪੁਲਿਸ ਨੇ ਹਾਈਕੋਰਟ ਦਾ ਹਵਾਲਾ ਦਿੰਦੇ ਹੋਏ ਜ਼ਬਰਦਸਤੀ ਇੱਥੋਂ ਕਿਸਾਨਾਂ ਨੂੰ ਹਟਾ ਦਿੱਤਾ। ਕਈਆਂ ਨੂੰ ਗ੍ਰਿਫਤਾਰ ਵੀ ਕਰ ਲਿਆ। ਜ਼ਬਰਦਸਤ ਪਾਣੀ ਦੀਆਂ ਬੁਛਾੜਾਂ ਤੇ ਲਾਠੀਚਾਰਜ ਕੀਤਾ ਗਿਆ। ਇਸ ਤੋਂ ਪਹਿਲਾਂ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਸਰਕਾਰ ਨੇ ਕਿਸਾਨਾਂ ਖਿਲਾਫ ਸਖਤੀ ਕੀਤੀ ਤਾਂ ਅੰਜਾਮ ਭੁਗਤਣਾ ਪਏਗਾ।
ਦਰਅਸਲ ਸਰਕਾਰ ਸੂਰਜਮੁਖੀ ਨੂੰ ਭਵੰਤਰ ਯੋਜਨਾ ਦੇ ਤਹਿਤ ਇੱਥੇ ਖਰੀਦਣ ਨੂੰ ਤਿਆਰ ਹੈ, ਪਰ ਕਿਸਾਨ ਸਰਕਾਰ ਦਾ ਵਿਰੋਧ ਕਰ ਰਹੇ ਨੇ। ਉਹਨਾਂ ਦੀ ਮੰਗ ਹੈ ਕਿ ਇਸ ਯੋਜਨਾ ਦੇ ਨਾਲ ਕਿਸਾਨਾਂ ਨੂੰ ਪ੍ਰਤੀ ਕੁਇੰਟਲ 1000 ਤੋਂ ਵੱਧ ਦਾ ਨੁਕਸਾਨ ਹੁੰਦਾ ਹੈ, ਇਸ ਲਈ ਫਸਲ ਨੂੰ MSP ਤੇ ਖਰੀਦਿਆ ਜਾਵੇ। ਇਸ ਤੋਂ ਪਹਿਲਾਂ ਕਿਸਾਨਾਂ ਨੇ 2 ਜੂਨ ਨੂੰ ਸੜਕ ਜਾਮ ਕਰਨ ਦੀ ਚੇਤਾਵਨੀ ਦਿੱਤੀ ਸੀ, ਪਰ ਪ੍ਰਸ਼ਾਸਨ ਨੇ ਮੀਟਿੰਗ ਕੀਤੀ, ਭਰੋਸਾ ਦਿਵਾਇਆ ਤਾਂ ਕਿਸਾਨਾਂ ਨੇ 6 ਜੂਨ ਦੁਪਹਿਰੇ 12 ਵਜੇ ਤੱਕ ਦਾ ਅਲਟੀਮੇਟਮ ਦਿੱਤਾ ਸੀ। ਅਲਟੀਮੇਟਮ ਖਤਮ ਹੋਇਆ ਤੇ ਕਿਸਾਨ ਧਰਨੇ ਤੇ ਬੈਠ ਗਏ ਸਨ। ਸੋ ਕਿਸਾਨ ਮੰਗ ਕਰ ਰਹੇ ਨੇ ਕਿ MSP ਤੇ ਸੂਰਜਮੁਖੀ ਦੀ ਜਿਹੜੀ ਫਸਲ ਹੈ ਉਹ ਖਰੀਦੀ ਜਾਵੇ ਤੇ ਉਦੋਂ ਹੀ ਕੇਂਦਰੀ ਕੈਬਨਿਟ ਦੇ ਵੱਲੋਂ ਜਿਹੜਾ ਹੈਗਾ ਸੂਰਜਮੁਖੀ ਦੇ ਘੱਟੋ ਘੱਟ ਸਮਰਥਨ ਮੁੱਲ ਦੇ ਵਿੱਚ ਵੀ ਵਾਧੇ ਦਾ ਐਲਾਨ ਕੀਤਾ ਗਿਆ ਹੈ। ਘੱਟੋ ਘੱਟ ਸਮਰਥਨ ਮੁੱਲ 360 ਰੁਪਏ ਵਧਾ ਦਿੱਤਾ ਗਿਆ, 6760 ਰੁਪਏ ਪ੍ਰਤੀ ਕੁਇੰਟਲ ਸੂਰਜਮੁਖੀ ਦਾ ਬੀਜ ਹੋ ਜਾਵੇਗਾ ਤਾਂ ਕਿਸਾਨ ਕਿਉਂ ਨਾ ਚਾਹਣ ਕਿ ਉਹਨਾਂ ਦੀ ਜਿਹੜੀ ਫਸਲ ਹੈ ਉਹ ਵੀ MSP ਤੇ ਖਰੀਦੀ ਜਾਵੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਨੂੰ ਵੱਡਾ ਚੈਲੰਜ ਕਰਦਿਆਂ ਕਿਹਾ ਹੈ ਕਿ ਪੰਜਾਬ ਦੇ ਲੁੱਟੇ ਹੋਏ ਪੈਸੇ ਦਾ ਮੇਰੇ ਸਾਹਮਣੇ ਬਹਿ ਕੇ ਹਿਸਾਬ ਦਿਓ। ਦਰਅਸਲ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ ਦੇ ਖਰੜ ਦੇ ਵਿੱਚ ਮੁੱਖ ਮੰਤਰੀ ਜੱਚਾ ਬੱਚਾ ਕੇਂਦਰ ਦਾ ਉਦਘਾਟਨ ਕਰਨ ਪਹੁੰਚੇ ਹੋਏ ਸਨ। ਇਸ ਮੌਕੇ ਉਹਨਾਂ ਨੇ ਵਿਰੋਧੀਆਂ ਤੇ ਜੰਮ ਕੇ ਨਿਸ਼ਾਨੇ ਸਾਧੇ, ਖਾਸ ਕਰਕੇ ਨਵਜੋਤ ਸਿੰਘ ਸਿੱਧੂ ਵੱਲੋਂ ਕੀਤੇ ਗਏ ਨਿੱਜੀ ਹਮਲਿਆਂ ਦਾ ਜਵਾਬ ਮੁੱਖ ਮੰਤਰੀ ਮਾਨ ਨੇ ਉਸੇ ਅੰਦਾਜ਼ ਦੇ ਵਿੱਚ ਦਿੱਤਾ। ਮੁੱਖ ਮੰਤਰੀ ਨੇ ਕਿਹਾ ਕਿ ਸਿੱਧੂ ਭਾਵੇਂ ਪ੍ਰਾਈਵੇਟ ਸਕੂਲ 'ਚ ਪੜ੍ਹੇ ਨੇ ਪਰ ਉਹਨਾਂ ਦੀ ਭਾਸ਼ਾ ਬੜੀ ਮਾੜੀ ਹੈ। ਉਹਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਭਗਵੰਤ ਮਾਨ ਨੇ ਬਦਲਾਅ ਲਿਆਉਣਾ ਸੀ, 1.25 ਸਾਲ ਹੋ ਗਿਆ, ਬਦਲਾਅ ਤਾਂ ਨਹੀਂ ਆਇਆ, ਪਤਨੀ ਜ਼ਰੂਰ ਬਦਲ ਗਈ। ਇਹ ਕਹਿੰਦਿਆਂ CM ਮਾਨ ਨੇ ਸਿੱਧੂ ਤੇ ਵੱਡਾ ਨਿੱਜੀ ਹਮਲਾ ਕੀਤਾ ਤੇ ਇਸ ਹਮਲੇ ਦੇ ਵਿੱਚ ਉਹਨਾਂ ਨੇ ਅਜੀਤ ਅਖਬਾਰ ਦੇ ਮੁੱਖ ਸੰਪਾਦਕ ਡਾਕਟਰ ਬਰਜਿੰਦਰ ਸਿੰਘ ਹਮਦਰਦ ਨੂੰ ਵੀ ਚੰਗਾ ਘੜੀਸਿਆ। ਦੋਨਾਂ ਦੇ ਪਿਓਆਂ ਦੀ ਮੁੱਖ ਮੰਤਰੀ ਮਾਨ ਨੇ ਗੱਲ ਕੀਤੀ ਵੀ ਭਗਵੰਤ ਮਾਨ ਨੇ ਉਹ ਬੋਲਦਾ ਸੀ, ਉਹ ਜਿਹਦੀ ਸੋਚ ਨਹੀਂ ਹੈਗੀ ਬੰਦ ਕਰਨ ਵਾਲੀ, ਨਵਜੋਤ ਸਿੱਧੂ ਵਿਆਹਾਂ ਸ਼ਾਦੀਆਂ 'ਚ ਲੈਣ ਦੇਣ ਵਾਲੇ ਸੂਟ ਵਰਗਾ ਉਹ, ਨਾ ਉਹਨੂੰ ਕੋਈ ਖੋਲੇ ਨਾ ਸਮਾਵੇ, ਐਂ ਤਾਂ ਗਾਹਾਂ ਦੀ ਗਾਹਾਂ ਭੇਜੀ ਜਾਂਦੇ ਰਹਿੰਦੇ ਉਹਨੂੰ। ਕਾਂਗਰਸ ਨੇ ਖੋਲ ਲਿਆ, ਹੁਣ ਲਿਫਾਫੇ 'ਚ ਨਹੀਂ ਪੈਂਦਾ ਉਹ ਬੋਲ ਰਿਹਾ ਸੀ ਜੀ, ਬੜੇ ਵੱਡੇ ਵੱਡੇ ਸਕੂਲਾਂ 'ਚ ਪੜ੍ਹੇ ਹੋਏ ਨੇ ਜੀ, ਅਸੀਂ ਤਾਂ ਸਰਕਾਰੀ ਵਾਲੇ ਆ। ਉਹ ਕੀ ਬੋਲ ਰਿਹਾ ਸੀ, ਮੈਂ ਤਾਂ ਫਿਰ ਜਵਾਬ ਏਦਾਂ ਹੀ ਦਿਉ ਉਹਨਾਂ ਦੀ ਭਾਸ਼ਾ 'ਚ। ਉਹ ਕੀ ਕਹਿੰਦਾ ਸੀ, ਭਗਵੰਤ ਮਾਨ ਨੇ ਬਦਲਾਅ ਲਿਆਉਣਾ ਸੀ, 1.25 ਸਾਲ ਹੋ ਗਿਆ, ਭਗਵੰਤ ਮਾਨ ਨਾਲ ਕੀ ਬਦਲਾਅ ਲਿਆਂਦਾ ਹੈ, ਸਿਰਫ ਪਤਨੀ ਬਦਲੀ ਹੈ ਆ ਕਿਹਾ ਸੀ ਨਾ। ਤੇ ਮੈਂ ਸਿੱਧੂ ਸਾਹਿਬ ਨੂੰ ਯਾਦ ਕਰਾਉਣਾ ਚਾਹੁੰਦਾ, ਯਾਦਦਾਸ਼ਤ ਕਮਜ਼ੋਰ ਹੋਣੀ, ਤੁਸੀਂ ਵੀ ਦੂਜੀ ਪਤਨੀ ਦੀ ਬੇਟੇ ਹੋ। ਜੇ ਤੁਹਾਡਾ ਬਾਪੂ ਤੁਹਾਡੇ ਘਰੇ ਬਦਲਾਅ ਨਾ ਲਿਆਉਂਦਾ ਤੁਸੀਂ ਦੁਨੀਆ ਤੇ ਨਹੀਂ ਆਉਣਾ ਸੀ। ਔਰ ਜਿਹਨੂੰ ਸੁਣਾ ਰਿਹਾ ਸੀ, ਜਿਹਦੇ ਨਾਲ ਹਮਦਰਦੀ ਕਰਨ ਗਿਆ ਸੀ, ਉਹ ਬੈਠਾ ਸੀ ਹਮਦਰਦ, ਉਹਦੇ ਬਾਪੂ ਦੇ ਵੀ 2 ਨੇ, ਆਪਦੀ ਸਟੈਨੋ ਨਾਲ ਹੀ ਵਿਆਹ ਕਰਾ ਲਿਆ ਸੀ। ਚਲੋ ਆ ਜਾਓ ਫਿਰ, ਜੇ ਇਸ ਪਿੱਚ ਤੇ ਖੇਡਣਾ ਇਸ ਪਿੱਚ ਤੇ ਆ ਜਾਂਦੇ ਆ। ਮਾਨ ਇੱਥੇ ਵੀ ਨਹੀਂ ਰੁਕੇ। ਸਿੱਧੂ ਵੱਲੋਂ ਵਾਰੀ-ਵਾਰੀ ਪਾਰਟੀਆਂ ਬਦਲਣ ਤੇ ਕਾਂਗਰਸ ਦੇ ਅੰਦਰ ਕਲੇਸ਼ ਨੂੰ ਲੈ ਕੇ ਵੀ ਤੰਜ ਕੱਸਿਆ। ਉਹਨਾਂ ਕਿਹਾ ਕਿ ਨਵਜੋਤ ਸਿੱਧੂ ਵਿਆਹ 'ਚ ਦੇਣ ਵਾਲੇ ਸੂਟ ਵਰਗਾ, ਨਾ ਕੋਈ ਖੋਲੇ ਨਾ ਕੋਈ ਰੱਖੇ। ਕਾਂਗਰਸ ਨੇ ਖੋਲ ਲਿਆ, ਹੁਣ ਲਿਫਾਫੇ 'ਚ ਪੈਂਦਾ ਨਹੀਂ। ਸਿੱਧੂ ਤੇ ਮਜੀਠੀਆ ਦੀ ਜੱਫੀ ਤੇ ਮਾਨ ਤੰਜ ਨਾ ਕੱਸਦੇ, ਇਹ ਕਿਵੇਂ ਹੋ ਸਕਦਾ ਸੀ। ਕਹਿੰਦੇ ਪਹਿਲਾਂ ਤਾਂ ਇਹ ਕਹਿੰਦੇ ਹੁੰਦੇ ਸੀ ਲੰਬੂ, ਹੁਣ ਕਹਿੰਦੇ ਆ ਉੱਠ ਕੇ ਜੱਫੀ ਪਾ ਲੈ। ਮਜੀਠੀਆ ਨੇ ਵੀ ਕਹਿੰਦੇ ਕੱਪੜੇ ਝਾੜ ਕੇ ਜੱਫੀ ਪਾ ਲਈ, ਹੁਣ ਕੰਨ ਵਿੱਚ ਕਹਿੰਦੇ ਨੇ ਹਾਰ ਗਏ, ਹੁਣ ਤਾਂ ਜੱਫੀ ਪਾ ਲਈਏ ਤਾਂ ਚੰਗਾ ਰਹੂਗਾ। ਅਸੀਂ ਤਾਂ ਇੱਕ ਸਰਕਾਰੀ ਬਿਲਡਿੰਗ ਬਣੀ, ਅਖਬਾਰ ਕਿੱਥੋਂ ਆ ਗਿਆ ਉੱਚ, ਇੱਕ ਬਿਲਡਿੰਗ ਦੀ ਜਾਂਚ ਕਰਾਉਣੀ, ਉੱਥੇ ਸਾਰੇ ਇਕੱਠੇ ਹੋ ਗਏ। ਹਾਂ ਜੀ ਆਏ ਤੇ ਇਕੱਠੇ ਹੋ ਗਏ। ਇੱਕ ਆਪਾਂ ਆਪਣੇ ਮੂਹਰੇ ਤਾਂ ਕਿਵੇਂ ਚੱਲਦਾ ਸੀ ਉਹਨਾਂ ਦਾ ਕੰਮ, ਉਹ ਤੂੰ ਕਾਲਾ ਮਾਲਾ, ਤੂੰ ਸਾਲਾ, ਉਹ ਤੂੰ ਲੰਬੂ ਏ, ਵਿਧਾਨ ਸਭਾ 'ਚ ਲੜਾਈ ਹੋ ਗਈ, ਮੈਂ ਤੈਨੂੰ ਦੇਖ ਲੂ। ਉਦੋਂ ਬਾਅਦ ਕਹਿੰਦਾ ਚੱਲ ਆ ਜਾ ਹੁਣ ਉੱਠ ਜੱਫੀ ਪਾਈਏ। ਗਾਂ ਮੂਹਰੋਂ ਉਹ ਵੀ ਬੇਸ਼ਰਮ ਸੀ, ਕੱਪੜੇ ਝਾੜ ਕੇ ਉਹ ਵੀ ਆ ਗਿਆ। ਕਾਰਨ ਕੀ ਸੀ, ਕੰਨ 'ਚ ਕੀ ਕਿਹਾ, ਕਹਿੰਦਾ ਹੁਣ ਦੋਨੇ ਹਾਰ ਗਏ, ਜੱਫੀ ਪਾ ਲਓ ਬਸ ਬਹੁਤ ਹੈ। ਇੱਕ ਬਟਨ ਨਾਲ ਦੋਨੇ ਹਰਾਏ ਨੇ ਉਹ ਜੀਵਨਜੋਤ ਕੌਰ ਨੇ, ਇੱਕ ਬਟਨ ਦੱਬਿਆ, 2 ਮਾਂਜੇ ਗਏ ਨੇ। ਸਿੱਧੂ ਤੋਂ ਬਾਅਦ ਮੁੱਖ ਮੰਤਰੀ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਚੰਗਾ ਘੇਰਿਆ। ਕਹਿੰਦੇ ਬਾਜਵਾ ਸਾਹਿਬ ਮੁੱਖ ਮੰਤਰੀ ਬਣਨ ਦੇ ਲਈ ਕਈ ਵਾਰੀ ਕੁਰਸੀ ਦੇ ਨੇੜੇ ਪਹੁੰਚੇ ਪਰ ਫਿਰ ਦੂਰ ਹੋ ਗਏ। ਉਹਨਾਂ ਨੂੰ ਮੇਰਾ ਅਤੇ ਗਰੀਬ ਘਰਾਂ ਦੇ ਲੋਕਾਂ ਦਾ ਮੁੱਖ ਮੰਤਰੀ ਬਣਨਾ ਤੇ ਵਿਧਾਇਕ ਬਣਨਾ ਕਹਿੰਦੇ ਹਜ਼ਮ ਨਹੀਂ ਹੁੰਦਾ, ਇਸ ਲਈ ਉਹ ਕਹਿੰਦੇ ਨੇ ਕਿ ਮੋਬਾਈਲ ਚਾਰਜਰ ਵੇਚਣ ਵਾਲਾ ਵਿਧਾਇਕ ਬਣ ਗਿਆ। ਮਾਨ ਨੇ ਸਵਾਲ ਪੁੱਛਿਆ ਕਿ ਬਾਜਵਾ ਸਾਹਿਬ ਤੁਸੀਂ ਚਰਨਜੀਤ ਸਿੰਘ ਚੰਨੀ ਨੂੰ ਪੁੱਛ ਲਿਓ ਕਿ ਮੋਬਾਈਲ ਵਾਲਾ ਚਾਰਜਰ ਕਿੰਨਾ ਮਹਿੰਗਾ ਪੈਂਦਾ ਹੈ, ਕਹਿੰਦੇ ਇਹ ਦਿਮਾਗ ਵੀ ਠੀਕ ਕਰ ਦਿੰਦਾ। ਇਹਨਾਂ ਦੀ ਲੜਾਈ ਪੰਜਾਬ ਦੀ ਨਹੀਂ ਹੈਗੀ, ਇਹਨਾਂ ਦੀ ਲੜਾਈ ਕੁਰਸੀ ਦੀ ਹੈ। ਮੈਨੂੰ ਕਿਉਂ ਨਹੀਂ ਮਿਲੀ, ਇਹਨੂੰ ਕਿਉਂ ਮਿਲ ਗਈ, ਮਹਿੰਦਰ ਮਾਸਟਰ ਦਾ ਮੁੰਡਾ ਕਿਉਂ ਪੈ ਗਿਆ। ਬਾਜਵਾ ਸਾਹਿਬ ਕਈ ਸਾਲਾਂ ਤੋਂ ਤੜਫੀ ਜਾਂਦੇ ਆ ਵੀ ਮੁੱਖ ਮੰਤਰੀ ਐ ਨੇੜੇ ਜਾ ਕੇ ਉਹਨਾਂ ਨੂੰ ਮੋੜ ਲਿਆਉਂਦੇ ਆ। ਆਪਾਂ ਸਿੱਧੇ ਬਹਿ ਗਏ, ਉਹ ਕਹਿੰਦੇ ਯਾਰ ਐ ਕਿਵੇਂ ਬਹਿ ਗਏ। ਸੋ ਬਾਜਵਾ ਸਾਹਿਬ ਫਿਰ ਇਹ ਕਹਿੰਦੇ ਵੀ ਇਹੋ ਜਿਹਾ ਮਟੀਰੀਅਲ ਆ ਗਿਆ
ਕਿ ਮੇਰੇ ਸਾਡੇ ਮੂਹਰੇ ਇੱਕ ਮੋਬਾਈਲ ਚਾਰਜ ਕਰਨ ਵਾਲਾ ਆ ਗਿਆ ਕਹਿੰਦੇ। ਮੈਂ ਕਿਹਾ ਜੀ ਇਕੱਲਾ ਮੋਬਾਈਲ ਚਾਰਜ ਨਹੀਂ, ਦਿਮਾਗ ਵੀ ਰਿਪੇਅਰ ਕਰੂਗਾ ਉਹ, ਦੇਖਦੇ ਜਾਓ ਤੁਸੀਂ। ਮੁੱਖ ਮੰਤਰੀ ਮਾਨ ਨੇ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵਿਰੋਧੀ ਲੀਡਰਾਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵਿਆਹ ਨੂੰ ਲੈ ਕੇ ਚੁੱਕੇ ਸਵਾਲਾਂ ਦਾ ਵੀ ਜਵਾਬ ਦਿੱਤਾ। ਕਹਿੰਦੇ ਤੁਸੀਂ ਕਹਿੰਦੇ ਹੋ ਸਾਡੇ ਵਿਧਾਇਕਾਂ ਦੇ ਵਿਆਹ ਹਰ ਮਹੀਨੇ ਹੁੰਦੇ ਨੇ, ਕਹਿੰਦੇ ਉਹਨਾਂ ਦੀ ਉਮਰ ਹੈ ਵਿਆਹ ਕਰਾਉਣ ਦੀ। ਜੇਕਰ ਅਸੀਂ ਕਹੀਏ ਕਿ ਤੁਹਾਡੇ ਲੀਡਰਾਂ ਦੇ ਘਰਾਂ ਦੇ ਵਿੱਚ ਹਰ ਮਹੀਨੇ ਭੋਗ ਪੈਂਦੇ ਨੇ ਤਾਂ ਕੀ ਇਹ ਠੀਕ ਰਹੂਗਾ? ਉਮਰ ਦਾ ਤਕਾਜ਼ਾ ਹੈ, ਕਹਿੰਦੇ ਕਿਸੇ ਦਾ ਵਿਆਹ ਹੋ ਰਿਹਾ, ਕਿਸੇ ਦੀ ਮੌਤ ਹੋ ਰਹੀ ਹੈ, ਇਸ ਤੇ ਸਿਆਸਤ ਕਿਉਂ ਕਰਦੇ ਹੋ? ਜੇ ਹੁਣ ਮੈਂ ਇਹ ਕਹਾਂ, ਇਹ ਕਹਿੰਦੇ ਵੀ ਇਹਨਾਂ ਦਾ ਆਮ ਆਦਮੀ ਪਾਰਟੀ ਵਾਲਿਆਂ ਦਾ ਯਾਰ ਮਹੀਨੇ 'ਚ ਇੱਕ ਦੋ ਵਿਆਹ ਹੁੰਦੇ ਹੀ ਰਹਿੰਦੇ ਨੇ, ਜੇ ਮੈਂ ਇਹਨਾਂ ਪਾਰਟੀਆਂ ਨੂੰ ਕਹਾਂ ਵੀ ਤੁਹਾਡੇ ਵੀ ਮਹੀਨੇ 'ਚ ਇੱਕ ਦੋ ਭੋਗ ਆਉਂਦੇ ਰਹਿੰਦੇ ਨੇ, ਫਿਰ ਮੈਂ ਕੀ ਕਹਾਂ ਠੀਕ ਰਹਿਣਗੇ? ਸਹੀ ਗੱਲ ਹੋ ਜੂਗੀ ਫਿਰ ਇਹ। ਯਾਰ ਉਮਰ ਦੇ ਤਕਾਜ਼ੇ ਨੇ, ਇਹ ਕੋਈ ਮੁੱਦਾ ਹੈ? ਇਹਦੇ ਨਾਲ ਪੰਜਾਬੀਆਂ ਦੇ ਚੁੱਲ੍ਹਿਆਂ ਤੇ ਕੋਈ ਫਰਕ ਪੈਂਦਾ? ਲੋਕ ਕਹਿੰਦੇ ਸਾਡੇ ਮੁੰਡੇ ਨੂੰ ਨੌਕਰੀ ਮਿਲ ਜੂ, ਅੱਜ ਹੱਥ ਨੇ ਸਾਡੇ ਘਰੇ ਰੋਟੀ ਪੱਕ ਜੂ, ਨਰੇਗਾ ਵਾਲੇ ਕਹਿੰਦੇ ਦਿਹਾੜੀ ਮਿਲ ਜੂ ਪੂਰੀ, ਮਜ਼ਦੂਰ ਕਹਿੰਦੇ ਸਾਨੂੰ ਮਜ਼ਦੂਰੀ ਮਿਲ ਜੂ, ਦੁਕਾਨਦਾਰ ਕਹਿੰਦਾ ਮੇਰੀ ਦੁਕਾਨ ਦਾ ਵਪਾਰ ਮੇਰਾ ਵੱਧ ਜੂ, ਵਪਾਰੀ ਕਹਿੰਦਾ ਮੇਰੀ ਫੈਕਟਰੀ ਦੇ 4 ਹੋਰ ਮੈਂ ਯੂਨਿਟ ਲਾਉਣੇ ਸੀ ਉਹ ਬਿਨਾਂ ਪੈਸਿਆਂ ਤੋਂ ਲੱਗ ਜਾਣਗੇ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵੱਡਾ ਦਾਅਵਾ ਕੀਤਾ ਕਿ 1.25 ਸਾਲ ਹੋ ਗਿਆ ਮੈਨੂੰ ਮੁੱਖ ਮੰਤਰੀ ਬਣੇ ਨੂੰ, 1 ਰੁਪਏ ਵੀ ਭ੍ਰਿਸ਼ਟਾਚਾਰ ਦਾ ਇਲਜ਼ਾਮ ਨਹੀਂ ਲੱਗਿਆ, ਯਾਨੀ ਕਿ 1 ਰੁਪਏ ਦਾ ਵੀ ਕੋਈ ਇਲਜ਼ਾਮ ਨਹੀਂ ਲੱਗਿਆ। ਚੁਣੌਤੀ ਦਿੱਤੀ ਕਿ ਮੇਰੇ 1.25 ਸਾਲ ਦੇ ਕਾਰਜਕਾਲ ਨੂੰ ਚੱਕ ਕੇ ਦੇਖ ਲਓ, ਜੇ ਤੁਹਾਡੇ ਹੱਥ 'ਚ ਕੁਝ ਹੈ ਤਾਂ ਸਾਬਿਤ ਕਰਕੇ ਦਿਖਾਓ। ਕਹਿੰਦੇ ਜਦੋਂ ਬਾਂਦਰ, ਲੂੰਬੜ, ਗਿੱਦੜ ਇਕੱਠੇ ਹੋ ਜਾਣ ਤਾਂ ਸਮਝੋ ਦੂਸਰੇ ਪਾਸੇ ਸ਼ੇਰ ਖੜਾ ਹੈ। ਸ਼ੇਰ ਕੌਣ ਹੈ? 3.5 ਕਰੋੜ ਪੰਜਾਬ ਦੀ ਜਨਤਾ ਨੇ ਦੱਸ ਦਿੱਤਾ ਹੈ, ਯਾਨੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਆਪ ਦੀ ਤੁਲਨਾ ਸ਼ੇਰ ਨਾਲ ਕੀਤੀ। ਕਹਿੰਦੇ ਜੇ ਕੋਈ ਮੈਂ ਕੰਮ ਨਹੀਂ ਕੀਤਾ ਤਾਂ 2024 ਦੇ ਵਿੱਚ ਨਤੀਜਾ ਤੁਹਾਡੇ ਸਾਹਮਣੇ ਆ ਜਾਊਗਾ, ਲੋਕ ਸਾਨੂੰ ਵੋਟਾਂ ਹੀ ਨਹੀਂ ਪਾਉਣਗੇ। ਸਾਰੇ ਭਗਵੰਤ ਮਾਨ ਨੂੰ ਗਾਲਾਂ। ਮੈਂ ਮਾੜਾ ਕੀ ਕਰਤਾ ਜੀ ਪੰਜਾਬ ਦਾ? 1.25 ਸਾਲ ਹੋ ਗਿਆ, 1 ਰੁਪਈਏ ਦਾ ਮੁੱਖ ਮੰਤਰੀ ਤੇ 1 ਰੁਪਈਏ ਦਾ ਕਿਸੇ ਨੇ ਦੋਸ਼ ਲਾਇਆ? 1 ਰੁਪਈਏ ਦਾ। ਇਹੀ ਪੰਗਾ ਇਹਨਾਂ ਨੂੰ, ਕਹਿੰਦੇ ਯਾਰ ਇਹ ਤਾਂ ਜਾਣੇ ਹੀ ਨਹੀਂ ਹੁਣ ਕਈ ਸਾਲ, ਆਪਾਂ ਹੁਣ ਕਿਵੇਂ ਕਰੀਏ? ਹੋ ਜੋ ਇਕੱਠੇ। ਉਹ ਸਿਆਣਿਆਂ ਨੇ ਕਿਹਾ ਜਦੋਂ ਬਾਂਦਰ, ਲੂੰਬੜ, ਗਿੱਦੜ ਸਾਰੇ ਜਾਨਵਰ ਨਦੀ ਦੀ ਘਾਟ ਦੇ ਇੱਕੋ ਥਾਵੇਂ ਇੱਕੋ ਕਿਨਾਰੇ ਤੇ ਇਕੱਠੇ ਹੋ ਕੇ ਪਾਣੀ ਪੀਣ ਲੱਗ ਜਾਣ ਨਾ, ਇਹਦਾ ਮਤਲਬ ਪਰਲੇ ਪਾਸੇ ਸ਼ੇਰ ਖੜਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਇੱਥੇ ਜੱਚਾ ਬੱਚਾ ਹਸਪਤਾਲ ਦਾ ਉਦਘਾਟਨ ਕਰਦਿਆਂ ਕਿਹਾ ਕਿ ਇਸ ਜੱਚਾ ਬੱਚਾ ਹਸਪਤਾਲ ਦਾ ਪੂਰਾ ਧਿਆਨ ਰੱਖਿਆ ਜਾਊਗਾ, ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਆਉਣ ਦਿੱਤੀ ਜਾਊਗੀ। ਟਵੀਟ ਕਰਕੇ ਵੀ ਦੱਸਿਆ ਕਿ ਖਰੜ ਵਿਖੇ 50 ਬੈੱਡਾਂ ਦੇ ਜੱਚਾ ਬੱਚਾ ਵਿੰਗ ਦਾ ਉਦਘਾਟਨ ਕੀਤਾ। 8 ਕਰੋੜ ਤੋਂ ਵੱਧ ਦੀ ਲਾਗਤ ਨਾਲ ਬਣੇ ਅਤ ਆਧੁਨਿਕ ਮਸ਼ੀਨਾਂ ਦੇ ਨਾਲ ਲੈਸ ਇਹ ਵਿੰਗ ਹੈ ਜਿਹੜਾ ਉਹ ਮਾਹਿਰ ਡਾਕਟਰਾਂ ਤੇ ਨਰਸ ਸਟਾਫ ਦੀ ਮਦਦ ਨਾਲ ਮਾਂ ਤੇ ਨਵਜਨਮੇ ਬੱਚੇ ਦੀ ਸਾਂਭ ਸੰਭਾਲ ਚੰਗੇ ਤਰੀਕੇ ਦੇ ਨਾਲ ਕਰੇਗਾ। ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਅਲਟੀਮੇਟਮ ਮਿਲਣ ਤੋਂ ਬਾਅਦ ਕਾਂਗਰਸ ਦੇ ਵਿਧਾਇਕ ਅਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਚੰਡੀਗੜ੍ਹ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਅਤੇ ਕਥਿਤ ਤੌਰ ਤੇ ਦਲਿਤ ਵਿਧਾਇਕਾਂ ਬਾਰੇ ਦਿੱਤੇ ਬਿਆਨ ਤੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਦਲਿਤ ਭਾਈਚਾਰਾ ਸਾਡੇ ਸਿਰ ਦਾ ਤਾਜ ਹੈ। ਮੇਰੇ ਦਿੱਤੇ ਬਿਆਨ ਨੂੰ ਕਹਿੰਦੇ ਤੋੜ ਮਰੋੜ ਕੇ ਪੇਸ਼ ਕੀਤਾ ਗਿਆ। ਮੇਰੀ ਸਪੀਚ ਦੇ ਵਿੱਚ ਕੁਝ ਵੀ ਇਤਰਾਜ਼ਯੋਗ ਨਹੀਂ ਸੀ। ਉਹਨਾਂ ਨੇ ਦੋਹਰੇ ਮਾਪਦੰਡਾਂ ਦੇ ਲਈ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਸਵਾਲ ਵੀ ਚੁੱਕੇ। ਮੈਂ ਸਮਝਦਾ ਕਿ ਮੇਰਾ ਪਰਿਵਾਰ ਮੇਰੇ ਪਿਤਾ ਤੋਂ ਲੈ ਕੇ ਜਿਨ੍ਹਾਂ ਨੇ ਦੇਸ਼ ਵਾਸਤੇ ਆਪਣੀ ਮਹਾਨ ਕੁਰਬਾਨੀਆਂ ਦਿੱਤੀਆਂ ਪੰਜਾਬ ਨੂੰ ਇੱਕ ਰੱਖਣ ਵਾਸਤੇ, ਪੰਜਾਬ 'ਚ ਸ਼ਾਂਤੀ ਬਹਾਲ ਕਰਨ ਵਾਸਤੇ, ਤੇ ਮੈਂ ਸਮਝਦਾ ਰਿਹਾ ਤੇ ਮੈਨੂੰ ਮਾਣ ਹੈ ਅੱਜ ਦੇ ਦਿਨ ਕਿ ਦਲਿਤ ਭਾਈਚਾਰਾ ਜਿਹੜਾ ਇਹ ਸਾਡੇ ਸਿਰ ਦਾ ਤਾਜ ਹੈ। ਹਮੇਸ਼ਾ ਮੈਂ ਉਹਨਾਂ ਨੂੰ ਆਪਣਾ ਸਿਰ ਦਾ ਤਾਜ ਸਮਝਿਆ। ਦਲਿਤ ਭਾਈਚਾਰੇ ਨੂੰ, ਬੈਕਵਰਡ ਕਲਾਸਿਸ ਨੂੰ, ਸਾਡੇ ਕ੍ਰਿਸਚਨ ਭਾਈਚਾਰੇ ਨੂੰ, ਐਂਡ ਸਪੈਸ਼ਲੀ ਉਹ ਲੋਕ ਜਿਹੜੇ ਓਪਰੈਸਡ ਕਲਾਸਿਸ ਨੂੰ ਬਿਲੋਂਗ ਕਰਦੇ ਨੇ। ਇੱਕ ਬਿਆਨ ਨੂੰ ਤਰੋੜ ਮਰੋੜ ਕੇ ਸੁਣਾਉਣਾ ਮੈਂ ਸਮਝਦਾ ਇਹ ਚੰਗੀ ਰਾਜਨੀਤੀ ਨਹੀਂ। ਬਹੁਤ ਅਫਸੋਸ ਦੀ ਗੱਲ ਹੈ ਕਿ ਕੁਝ ਕੈਪਚਰਡ ਮੀਡੀਆ ਦੇ ਜ਼ਰੀਏ, ਕੁਝ ਇਹਨਾਂ ਦੀਆਂ ਸੋਸ਼ਲ ਮੀਡੀਆ ਦੀਆਂ ਟ੍ਰੋਲਿੰਗ ਟੀਮਸ ਦੇ ਜ਼ਰੀਏ ਤੁਸੀਂ ਹੋਰ ਤੇ ਤੁਹਾਨੂੰ ਕੋਈ ਗੱਲ ਲੱਭੀ ਨਹੀਂ ਲੀਡਰ ਆਫ ਆਪੋਜੀਸ਼ਨ ਦੇ ਖਿਲਾਫ, ਤੁਸੀਂ ਇਸ ਕਿਸਮ ਦਾ ਇਲਜ਼ਾਮ ਲਗਾਉਣ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਹਰਪਾਲ ਸਿੰਘ ਚੀਮਾ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਦਲਿਤ ਨੂੰ ਡਿਪਟੀ ਸੀਐਮ ਦੇ ਤੁਹਾਡੇ ਦਾਅਵੇ ਦਾ ਕੀ ਹੋਇਆ ਜੋ ਅਰਵਿੰਦ ਕੇਜਰੀਵਾਲ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੂਬੇ ਦੇ ਲੋਕਾਂ ਦੇ ਨਾਲ ਕੀਤਾ ਸੀ। ਕੀ ਪੰਜਾਬ ਸਰਕਾਰ ਨੂੰ ਪੂਰੇ ਸੂਬੇ ਦੇ ਵਿੱਚੋਂ ਕੋਈ ਵੀ ਦਲਿਤ ਆਗੂ ਯੋਗ ਨਹੀਂ ਮਿਲਿਆ? ਤੁਸੀਂ ਕਿਰਪਾ ਕਰਕੇ ਦੱਸੋ ਕਿ ਜਲੰਧਰ ਦੀ ਇਲੈਕਸ਼ਨ 'ਚ ਸੰਦੀਪ ਪਾਠਕ ਐਮਪੀ ਨੇ ਤੁਹਾਡੇ ਨਾਲ ਕੀ ਕੀਤੀ ਹੈ? ਤੁਹਾਨੂੰ ਮੀਟਿੰਗ 'ਚ ਵਾਰਨਿੰਗ ਦਿੱਤੀ ਕਿ ਹਰਪਾਲ ਚੀਮਾ ਜੀ ਗੱਲ ਸੁਣ ਲਓ,
ਜੇ ਵੋਟਾਂ ਘਟ ਗਈਆਂ ਆਪਣੀ ਤਿਆਰੀ ਰੱਖੀ। ਉਹ ਵੀ ਸੁਣਨਾ ਚਾਹੁੰਦੇ ਹੈ ਹੀ ਹੈ ਨਾ, ਆ ਕਲਿੱਪ ਆ ਸੁਣਾਈਏ 2 ਮਿੰਟ ਸੁਣੋ, ਕਦੀ ਉਹਦੇ ਵੱਲ ਵੀ ਧਿਆਨ ਕਰੋ। ਉਹ ਜੋ ਮਰਜ਼ੀ ਕਹਿ ਲੈਣ ਕੇਜਰੀਵਾਲ ਸਾਹਿਬ, ਤੁਹਾਨੂੰ ਘੂਰ ਲੈਣ ਤਾਂ ਵੀ ਕੋਈ ਗੱਲ ਨਹੀਂ। ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਹੋਰ ਵੀ ਇਲਜ਼ਾਮ ਲਾਉਂਦਿਆਂ ਕਿਹਾ ਕਿ ਭਗਵੰਤ ਮਾਨ ਨੇ ਅਰਵਿੰਦ ਕੇਜਰੀਵਾਲ ਨੂੰ 2.5 ਕਰੋੜ ਦੀਆਂ 2 ਲੈਂਡ ਕਰੂਜ਼ਰ ਗੱਡੀਆਂ ਦਿੱਤੀਆਂ ਨੇ। ਅੱਗੇ ਕਹਿੰਦੇ ਕਿ ਅਜੀਤ ਭਵਨ ਦੇ ਵਿੱਚ ਸਾਰੀਆਂ ਪਾਰਟੀਆਂ ਦੀ ਮੀਟਿੰਗ ਹੋਈ, ਜਿਹਦੇ ਵਿੱਚ ਬਰਜਿੰਦਰ ਸਿੰਘ ਹਮਦਰਦ ਦੀ ਆਵਾਜ਼ ਨੂੰ ਸਰਕਾਰ ਵੱਲੋਂ ਦਬਾਉਣ ਦੇ ਖਿਲਾਫ ਮਤਾ ਪਾਇਆ ਗਿਆ, ਇਕਜੁੱਟਤਾ ਦਿਖਾਈ ਗਈ। ਉਸ ਤੋਂ ਬਾਅਦ ਪਲੈਨਿੰਗ ਦੇ ਨਾਲ ਕਹਿੰਦੇ ਮੇਰੀ ਆਵਾਜ਼ ਤੇ ਮੇਰੀ ਦਿੱਖ ਨੂੰ ਢਾਹ ਲਾਉਣ ਦੇ ਲਈ ਕਈ ਝੂਠੇ ਦੋਸ਼ ਲਾਏ ਗਏ ਨੇ। ਇਸ ਮੌਕੇ ਬਾਜਵਾ ਨੇ ਕਟਾਰੂ ਚੱਕ ਦੇ ਮਸਲੇ ਤੇ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਘੇਰਿਆ। ਅੱਜ ਉਹੀ ਕੇਜਰੀਵਾਲ ਸਾਹਿਬ ਨੂੰ ਮਾਨ ਸਾਹਿਬ ਨੇ, ਪੰਜਾਬ ਦੇ ਮੁੱਖ ਮੰਤਰੀ ਨੇ 3 ਲੈਂਡ ਕਰੂਜ਼ਰਸ ਦਿੱਤੇ, 2 ਲੈਂਡ ਕਰੂਜ਼ਰਸ ਦਿੱਤੀਆਂ ਜਿਹੜੀ 2.5 ਕਰੋੜ ਦੀਆਂ ਨੇ। ਜਿਹੜੇ ਕਹਿੰਦੇ ਸੀ ਮੈਨੂੰ ਸਿਕਿਉਰਿਟੀ ਦੀ ਲੋੜ ਨਹੀਂ, ਉਹਨਾਂ ਨੂੰ ਅੱਜ 2 ਇਕੱਲੇ ਚੀਫ ਮਿਨਿਸਟਰ ਨੇ ਹਿੰਦੁਸਤਾਨ 'ਚ, ਜਿਨ੍ਹਾਂ ਨੂੰ ਸੈਂਟਰ ਹੋਮ ਮਿਨਿਸਟਰੀ ਨੇ ਵੀ ਸਿਕਿਉਰਿਟੀ ਦਿੱਤੀ ਹੈ Z+, ਕਿਉਂਕਿ ਉਹ CM ਨੇ ਦਿੱਲੀ ਤੇ ਪੰਜਾਬ ਵਾਲਿਆਂ ਨੇ Z+, ਉਹਨਾਂ ਨੂੰ 2 ਗੱਡੀਆਂ ਦਿੱਤੀਆਂ, 80 ਕਮਾਂਡੋਜ਼ ਦਿੱਤੇ ਜਿਹੜੇ ਕਪੂਰਥਲਾ ਉੱਚ ਰਹਿੰਦੇ ਨੇ। ਰਾਘਵ ਚੱਡੇ ਦਾ ਵੀ ਸੇਮ, ਇੱਥੇ ਵੀ ਕੋਠੀ 50 ਨੰਬਰ ਦਿੱਤੀ, 50 ਕਮਾਂਡੋ ਦਿੱਤੇ ਨੇ, 1 ਲੈਂਡ ਕਰੂਜ਼ਰ ਦਿੱਤੀ, 5 ਲੈਂਡ ਕਰੂਜ਼ਰ ਭਗਵੰਤ ਜੀ ਕੋਲ ਨੇ, 5 ਉਹਨਾਂ ਕੋਲ ਘਰ ਨੇ। ਦੇਖੋ ਜਿਹੜੇ ਛੋਟੇ ਘਰਾਂ ਦੀ ਗੱਲ ਕਰਨ ਵਾਲੇ, ਸਧਾਰਨ ਗੱਲਾਂ ਕਰਨ ਵਾਲੇ, ਸਾਡਾ ਕਹਿਣ ਦਾ ਬੇਸਿਕ ਪਰਪਸ ਇਸ, ਉਹਦੇ ਤੋਂ ਮੈਂ ਸਮਝਦਾ ਕਿ ਕਾਫੀ ਉਹਨਾਂ ਨੂੰ ਪਰੇਸ਼ਾਨੀ ਹੋਈ। ਇਹ ਹਰਪਾਲ ਚੀਮਾ ਨਹੀਂ ਸੀ ਬੋਲ, ਇਹ ਤੇ ਬੱਧੇ ਰੁੱਧੇ ਉੱਥੇ ਘੱਲੇ ਗਏ ਸੀ। ਇਹਨਾਂ ਨੂੰ ਬਕਾਇਦਾ ਤੌਰ ਉੱਤੋਂ ਹੁਕਮ ਫਰਮਾਨ ਜਾਰੀ ਹੋਇਆ ਸੀ ਕਿ ਆ ਜਾ ਕੇ ਉੱਥੇ ਗੱਲ ਕਹਿ ਕੇ ਆਓ। ਸੋ ਇਹ ਮੈਂ ਕਲੀਅਰਲੀ ਦੱਸਣਾ ਚਾਹੁੰਦਾ, ਇਹ ਜਿਹੜੀ ਚੀਜ਼ ਹੈ ਬੜੀ ਅਨਫੋਰਚੂਨੇਟ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਆਪਣੀ ਅਤੇ ਅਰਵਿੰਦ ਕੇਜਰੀਵਾਲ ਦੀ ਇੱਕ ਪੁਰਾਣੀ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਮਨਲਾਭ ਸਿੰਘ ਉਗੋਕੇ ਬਾਰੇ ਬੋਲਿਆ ਕਿ ਮੋਬਾਈਲ ਠੀਕ ਕਰਨ ਵਾਲਾ ਵਿਧਾਇਕ ਬਣਾਇਆ। ਤਾਂ ਅਜਿਹਾ ਹੀ ਬਿਆਨ ਕਹਿੰਦੇ ਅਰਵਿੰਦ ਕੇਜਰੀਵਾਲ ਨੇ ਵੀ ਸਟੇਜ ਤੋਂ ਦਿੱਤਾ ਸੀ। ਕਿਹਾ ਸੀ ਕਿ ਇੱਕ ਮੋਬਾਈਲ ਰਿਪੇਅਰ ਕਰਨ ਵਾਲੀ ਦੁਕਾਨ ਤੇ ਕੰਮ ਕਰਨ ਵਾਲਾ ਸਾਡਾ ਵਿਧਾਇਕ ਬਣਿਆ ਹੈ। ਇਹਦੇ ਵਿੱਚ ਕਹਿੰਦੇ ਮੈਂ ਜਾਤੀ ਸੂਚਕ ਸ਼ਬਦ ਕਿਹੜੇ ਬੋਲ ਦਿੱਤੇ। ਕੇਜਰੀਵਾਲ ਨੇ ਵੀ ਤਾਂ ਅਜਿਹੀ ਸ਼ਬਦ ਵਰਤੇ ਸੀ, ਕੰਮ ਨੂੰ ਲੈ ਕੇ ਸ਼ਬਦ ਵਰਤੇ ਸੀ। ਇਹਦੇ ਵਿੱਚ ਕਹਿੰਦੇ ਆਮ ਆਦਮੀ ਪਾਰਟੀ ਦੋਹਰਾ ਮਾਪਦੰਡ ਕਿਉਂ ਵਰਤ ਰਹੀ ਹੈ। ਕਹਿੰਦੇ ਅਸਲ ਦੇ ਵਿੱਚ ਮੇਰੇ ਖਿਲਾਫ ਸਾਜ਼ਿਸ਼ ਰਚੀ ਗਈ, ਇਸ ਲਈ ਕਿਉਂਕਿ ਕੇਜਰੀਵਾਲ ਨੇ ਰਾਹੁਲ ਗਾਂਧੀ ਨੂੰ ਆਰਡੀਨੈਂਸ ਮਸਲੇ ਤੇ ਮਿਲਣ ਲਈ ਸਮਾਂ ਮੰਗਿਆ ਸੀ ਤਾਂ ਅਸੀਂ ਸਾਫ਼ ਕਹਿ ਦਿੱਤਾ ਸੀ ਕਿ ਅਰਵਿੰਦ ਕੇਜਰੀਵਾਲ ਦੇ ਮਗਰ ਨਾ ਲੱਗੀਏ। ਹੁਣ ਕਹਿੰਦੇ 1 ਮਹੀਨਾ ਹੋ ਗਿਆ, ਸਮਾਂ ਮੰਗ ਰਹੇ ਨੇ, ਰਾਹੁਲ ਗਾਂਧੀ ਨੇ ਸਮਾਂ ਨਹੀਂ ਦਿੱਤਾ ਤਾਂ ਹੁਣ ਉਹਨਾਂ ਨੇ ਮੇਰੇ ਖਿਲਾਫ ਇਹ ਸਾਜ਼ਿਸ਼ ਰਚੀ ਹੈ। ਸਾਡਾ ਇਹ ਸਖਤ ਇਤਰਾਜ਼ ਸੀ ਕਿ ਦੇ ਆਰ 2 ਸਾਈਡਸ ਆਫ ਦੀ ਸੇਮ ਕੋਇਨ। ਇਹ B ਟੀਮ ਹੈ RSS ਦੀ, ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਵਕਤ ਮੁਲਾਕਾਤ ਦਾ ਨਾ ਦਿਓ, ਕਿਉਂਕਿ ਇੱਕ ਪਰਸੈਪਸ਼ਨ ਬਿਲਡ ਕਰਨਾ ਚਾਹੁੰਦਾ। ਪਰਸੈਪਸ਼ਨ ਅਰਵਿੰਦ ਕੇਜਰੀਵਾਲ ਦੀ ਇਹ ਸੀ ਕਿ ਮੈਂ ਸਾਰੇ ਹਿੰਦੁਸਤਾਨ 'ਚ ਗੱਲ ਸੈੱਲ ਕਰ ਸਕਾਂ ਕਿ ਕਾਂਗਰਸ ਤੇ ਸਾਰੀ ਆਪੋਜੀਸ਼ਨ ਵੀ ਇਕੱਠੀ ਨਹੀਂ ਕਰ ਸਕੀ ਇੱਕ ਪਲੇਟਫਾਰਮ ਤੇ। ਕੱਲਾ ਅਰਵਿੰਦ ਕੇਜਰੀਵਾਲ ਹੀ ਹੈ ਜਿਹਨੂੰ ਹਰ ਓਪੋਨੈਂਟ ਜਿਹੜੇ ਅਪੋਜ਼ਿੰਗ ਪਾਰਟੀਆਂ ਨੇ BJP ਦੀਆਂ ਉਹ ਐਕਸੈਪਟ ਕਰਦੀ। तो असी गल कही कि ये इस चक्कर च ना फसियो। जे इन्हें कोई गल तुहानूं कहनी टैलीफोन ते कह ले, इन्हें कोई गल तुहानूं कहनी है तो जनरल सैकटरी साडे नूं मिल के कह दे। सो 1 महीना हो गया, अजे तक वक्त नहीं मिलिया। इस गल का बहुत भारी गुस्सा सी। ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰ ਦੀ ਜਾਂਚ ਦੇ ਨਿਯਮ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਬਦਲਾਅ ਕੀਤਾ ਹੈ। ਹੁਣ ਪੁਲਿਸ ਅਧਿਕਾਰੀ ਅਤੇ ਵਿਭਾਗ ਦੇ ਮੁਲਾਜ਼ਮ ਰਿਸ਼ਵਤ ਦੇ ਕੇਸਾਂ ਦੀ ਜਾਂਚ ਨਹੀਂ ਕਰ ਸਕਣਗੇ। ਪਹਿਲਾਂ ਪੰਜਾਬ ਪੁਲਿਸ ਦੇ ਵਿੱਚ DSP ਰੈਂਕ ਦੇ ਅਧਿਕਾਰੀ ਜਾਂਚ ਕਰ ਸਕਦੇ ਸੀ, ਪਰ ਹੁਣ ਰਿਸ਼ਵਤਖੋਰੀ ਦੇ ਕੇਸ ਦੇ ਵਿੱਚ ਸਟੇਟ ਵਿਜੀਲੈਂਸ ਮਾਮਲੇ ਦੀ ਪੜਤਾਲ ਕਰੇਗੀ। ਇਸੇ ਤਰ੍ਹਾਂ ਬਾਕੀ ਹੋਰ ਵਿਭਾਗਾਂ ਦੇ ਲਈ ਵੀ ਇਹ ਨਿਯਮ ਲਾਗੂ ਹੋਵੇਗਾ। ਮਾਨ ਸਰਕਾਰ ਦੇ ਵੱਲੋਂ ਰਿਸ਼ਵਤਖੋਰਾਂ ਦੀ ਜਾਂਚ ਪੁਲਿਸ ਦੇ ਹੱਥਾਂ ਤੋਂ ਲੈ ਕੇ ਸੂਬਾ ਵਿਜੀਲੈਂਸ ਕਮਿਸ਼ਨ ਨੂੰ ਸੌਂਪਣ ਦਾ ਪੱਤਰ ਵੀ ਪੁਲਿਸ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਜਾਰੀ ਕਰ ਦਿੱਤਾ ਗਿਆ ਤੇ ਇਸ ਫੈਸਲੇ ਦੇ ਬਾਅਦ ਪੁਲਿਸ ਵਿਭਾਗ ਦੇ ਨਾਲ ਬਾਕੀ ਵਿਭਾਗਾਂ ਵਿੱਚ ਵੀ ਬੇਚੈਨੀ ਵੱਧ ਗਈ ਹੈ। ਰਿਸ਼ਵਤਖੋਰ ਅਧਿਕਾਰੀਆਂ ਨੂੰ ਹੁਣ ਵਿਜੀਲੈਂਸ ਦਾ ਡਰ ਕਹਿੰਦੇ ਸਤਾ ਰਿਹਾ ਹੈ ਤੇ ਸਰਕਾਰ ਨੂੰ ਇਹ ਫੈਸਲਾ ਕਿਉਂ ਲੈਣਾ ਪਿਆ। ਅਕਸਰ ਇਹ ਵੇਖਿਆ ਗਿਆ ਕਿ ਜੇ ਵਿਭਾਗ ਹੀ ਮੁਲਾਜ਼ਮਾਂ ਦੀ ਜਾਂਚ ਕਰੇ ਤਾਂ ਉਹ ਆਪਣੇ ਮੁਲਾਜ਼ਮਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ। ਥੋੜੇ ਸਮੇਂ ਬਾਅਦ ਰਿਸ਼ਵਤਖੋਰ ਮੁਲਾਜ਼ਮ ਨੂੰ ਕਲੀਨ ਚਿੱਟ ਵੀ ਦੇ ਦਿੱਤੀ ਜਾਂਦੀ ਹੈ। ਇਸ ਤੋਂ ਬਾਅਦ ਅਦਾਲਤੀ ਕੇਸ ਵੀ ਕਮਜ਼ੋਰ ਹੋ ਜਾਂਦਾ ਹੈ। ਇਸੇ ਵਜ੍ਹਾ ਨਾਲ ਕਹਿੰਦੇ ਰਿਸ਼ਵਤ ਲੈਣ ਵਾਲੇ ਲੋਕਾਂ ਦੇ ਮਨ ਦੇ ਵਿੱਚ ਕੋਈ ਜ਼ਿਆਦਾ ਡਰ ਨਹੀਂ ਰਹਿੰਦਾ। ਨਤੀਜਾ ਹੁੰਦਾ ਸੀ ਕਿ ਉਸੇ ਤਰ੍ਹਾਂ ਰਿਸ਼ਵਤ ਲੈਣ ਦਾ ਕੰਮ ਚੱਲਦਾ ਰਹਿੰਦਾ ਹੈ
ਪਰ ਹੁਣ ਕਿਸੇ ਹੋਰ ਵਿਭਾਗ ਕੋਲੋਂ ਜਾਂਚ ਕਰਵਾਉਣ ਦੇ ਨਾਲ ਮੁਲਜ਼ਮ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕੇਗੀ ਤੇ ਰਿਸ਼ਵਤ ਲੈਣ ਤੋਂ ਪਹਿਲਾਂ ਵੀ ਮੁਲਾਜ਼ਮ 100 ਵਾਰੀ ਸੋਚਣਗੇ। 6 ਜੂਨ ਨੂੰ 1984 ਘੱਲੂਘਾਰੇ ਦੀ 39ਵੀਂ ਬਰਸੀ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇਨਸਾਫ ਲਈ ਸਰਕਾਰਾਂ ਮੂਹਰੇ ਹੱਥ ਨਾ ਅੱਡਣ ਦੇ ਬਿਆਨ ਤੋਂ ਬਾਅਦ ਬੰਦੀ ਸਿੰਘ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਮਲਦੀਪ ਕੌਰ ਨੇ ਜਥੇਦਾਰ ਸਾਹਿਬ ਦੇ ਨਾਲ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਫੇਸਬੁੱਕ ਪੋਸਟ ਦੇ ਜ਼ਰੀਏ ਉਹਨਾਂ ਨੇ ਇਨਡਾਇਰੈਕਟਲੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੇ ਤੰਜ ਕੱਸਦੇ ਹੋਏ ਕਿਹਾ ਹੈ ਕਿ ਵੀਰ ਜੀ ਰਾਜੋਆਣਾ ਦਾ ਕਹਿਣਾ ਹੈ ਕਿ ਅਸੀਂ ਕੌਮ ਲਈ ਇਨਸਾਫ ਮੰਗਣਾ ਹੀ ਨਹੀਂ ਤਾਂ ਹੁਕਮਰਾਨਾਂ ਦੀਆਂ ਵਿਆਹ ਸ਼ਾਦੀਆਂ ਦੇ ਵਿੱਚ ਜਾ ਕੇ ਲੱਡੂ ਖਾਓ, ਭੰਗੜੇ ਪਾਓ, ਜੈਟ ਸੁਰੱਖਿਆ ਦਾ ਆਨੰਦ ਲਓ। ਐਨਾ ਹੀ ਨਹੀਂ, ਬੀਬੀ ਕਮਲਦੀਪ ਕੌਰ ਨੇ ਇਹ ਵੀ ਲਿਖਿਆ ਕਿ ਮੈਂ ਜਥੇਦਾਰ ਸਾਹਿਬ ਨੂੰ 5 ਜੂਨ ਨੂੰ ਬੇਇਨਸਾਫੀ ਦੇ ਖਿਲਾਫ ਆਵਾਜ਼ ਚੁੱਕਣ ਦੇ ਲਈ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਜਾ ਕੇ ਮਿਲੀ ਵੀ ਸੀ, ਪਰ ਅਗਲੇ ਹੀ ਦਿਨ ਕਹਿੰਦੇ ਜਥੇਦਾਰ ਸਾਹਿਬ ਦਾ ਇਹ ਆਦੇਸ਼ ਆ ਗਿਆ ਹੈ। ਨਾਰਾਜ਼ ਬੀਬੀ ਕਮਲਦੀਪ ਕੌਰ ਨੇ ਸਿੰਘ ਸਾਹਿਬ ਨੂੰ ਕਿਹਾ ਕਿ ਜੇ ਇਨਸਾਫ ਦੀ ਮੰਗ ਕਰਨੀ ਹੀ ਨਹੀਂ ਤਾਂ ਤੁਸੀਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਜਾਰੀ ਕਰੋ ਕਿ 2012 ਦੇ ਵਿੱਚ ਰਾਜੋਆਣਾ ਦੇ ਲਈ ਕੀਤੀ ਰਹਿਮ ਦੀ ਅਪੀਲ ਨੂੰ ਐਸਜੀਪੀਸੀ ਵੀ ਵਾਪਸ ਲੈ ਲਵੇ, ਕਿਉਂਕਿ ਇਹ ਤੁਹਾਡਾ ਆਪਣਾ ਮੰਨਣਾ ਹੈ ਕਿ ਇਨਸਾਫ ਸਰਕਾਰਾਂ ਤੋਂ ਮੰਗਣ ਦੀ ਲੋੜ ਨਹੀਂ ਹੈ। ਆਪਣੀ ਪੋਸਟ ਦੇ ਵਿੱਚ ਬੀਬੀ ਕਮਲਦੀਪ ਕੌਰ ਨੇ ਕੇਂਦਰ ਸਰਕਾਰ ਤੇ ਸਵਾਲ ਚੁੱਕਦੇ ਹੋਏ ਵੀ ਕਿਹਾ ਹੈ ਕਿ ਸੁਪਰੀਮ ਕੋਰਟ ਦੇ ਸਖਤ ਰੁਖ ਦੇ ਬਾਵਜੂਦ ਕੇਂਦਰ 12 ਸਾਲਾਂ ਤੋਂ ਕੋਈ ਫੈਸਲਾ ਨਹੀਂ ਕਰ ਸਕੀ ਹੈ। ਸੋ ਇਸ ਪੋਸਟ ਦੇ ਰਾਹੀਂ ਜਿੱਥੇ ਬੀਬੀ ਨੇ ਆਪਣੇ ਭਰਾ ਦੀ ਫਾਂਸੀ ਦੀ ਸਜ਼ਾ ਮਾਫ ਕਰਨ ਦੇ ਲਈ ਪਾਈ ਅਪੀਲ ਨੂੰ ਲੈ ਕੇ ਜਿੱਥੇ ਜਥੇਦਾਰ ਦੇ ਨਾਲ ਗੁੱਸਾ ਜ਼ਾਹਿਰ ਕੀਤਾ ਹੈ, ਉੱਥੇ ਗੱਲਾਂ ਦੇ ਵਿੱਚ ਉਹਨਾਂ ਨੇ ਜਿਹੜਾ ਹੈਗਾ ਰਾਘਵ ਚੱਡਾ ਦੀ ਮੰਗਣੀ ਤੇ ਜਥੇਦਾਰ ਸਾਹਿਬ ਗਏ ਸਨ, ਉਸ ਨੂੰ ਲੈ ਕੇ ਵੀ ਤੰਜ ਕੱਸਿਆ ਹੈ। ਹਾਲਾਂਕਿ ਨਾਮ ਕਿਸੇ ਦਾ ਵੀ ਨਹੀਂ ਲਿਆ, ਪਰ ਸ਼ਬਦ ਦੱਸਦੇ ਨੇ ਕਿ ਕਿਸ ਨੂੰ ਕੀ ਕਿਹਾ ਗਿਆ। ਬਿਹਾਰ ਦੀ ਰਾਜਧਾਨੀ ਪਟਨਾ ਦੇ ਲੋਧੀਪੁਰ ਸਥਿਤ ਇੱਕ ਮਾਲ ਦੇ ਵੈਕਸ ਮਿਊਜ਼ੀਅਮ ਦੇ ਵਿੱਚ ਸਿੱਖ ਪੰਥ ਦੇ 10ਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੋਮ ਦਾ ਬੁੱਤ ਲਾਉਣ ਦੇ ਤਿੱਖੇ ਵਿਰੋਧ ਤੋਂ ਬਾਅਦ ਇਸ ਬੁੱਤ ਨੂੰ ਹਟਾ ਦਿੱਤਾ ਗਿਆ ਹੈ। ਸਿੱਖ ਜਥੇਬੰਦੀਆਂ ਨੇ ਤਿੱਖਾ ਵਿਰੋਧ ਕੀਤਾ ਸੀ, ਰੋਸ ਮੁਜ਼ਾਹਰਾ ਕੀਤਾ, ਜਿਸ ਤੋਂ ਬਾਅਦ ਇਸ ਨੂੰ ਮਾਲ ਚੋਂ ਹਟਾ ਦਿੱਤਾ ਗਿਆ। ਮਾਲ ਦੇ ਵਿੱਚ ਬਣੇ ਦਸ਼ਮੇਸ਼ ਪਿਤਾ ਦੇ ਮੋਮ ਦਾ ਬੁੱਤ ਸੋਸ਼ਲ ਮੀਡੀਆ ਦੇ ਰਾਹੀਂ ਚਰਚਾ ਵਿੱਚ ਆਉਣ ਤੋਂ ਬਾਅਦ ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ ਲੈਂਦਿਆਂ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਜੋਤ ਸਿੰਘ ਸੋਹੀ ਨੇ ਇੱਥੇ ਇੱਕ ਵਫਦ ਭੇਜਿਆ, ਜਿਸ ਤੋਂ ਬਾਅਦ ਮਾਲ ਦੇ ਪ੍ਰਬੰਧਕਾਂ ਨੇ ਸਮੇਂ ਸਿਰ ਯੋਗ ਕਾਰਵਾਈ ਕੀਤੀ ਅਤੇ ਮਾਫੀ ਵੀ ਮੰਗੀ। ਇਸ ਤੋਂ ਪਹਿਲਾਂ ਬਠਿੰਡਾ ਤੋਂ ਐਮਪੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਿੱਖ ਪੰਥ ਨੂੰ ਕਮਜ਼ੋਰ ਕਰਨ ਦੇ ਲਈ ਇਹ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਨੇ। ਟਵੀਟ ਕਰਕੇ ਕਹਿੰਦੇ ਸਿੱਖ ਧਰਮ ਦੀ ਮਰਿਆਦਾ ਵਿਰੁੱਧ ਕੰਮ ਕਰਨ ਵਾਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਮਾਫੀ ਮੰਗਣੀ ਚਾਹੀਦੀ ਹੈ, ਬੁੱਤ ਹਟਾਉਣਾ ਚਾਹੀਦਾ ਹੈ, ਕਿਉਂਕਿ ਸਾਡੇ ਗੁਰੂ ਸਾਹਿਬਾਨ ਪਰਮਾਤਮਾ ਦੇ ਨਿਰਾਕਾਰ ਰੂਪ ਦੇ ਬਾਰੇ ਸਾਨੂੰ ਦੱਸ ਕੇ ਗਏ ਨੇ ਤੇ ਉਸੇ ਨੂੰ ਉਹ ਮੰਨਦੇ ਸਨ। ਇਸੇ ਕਰਕੇ ਸਿੱਖ ਪਰੰਪਰਾ ਦੇ ਵਿੱਚ ਬੁੱਤ ਪੂਜਾ ਦੀ, ਮੂਰਤੀ ਪੂਜਾ ਦੀ ਮਨਾਹੀ ਹੈ। ਬਰਤਾਨੀਆ ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਜਾਣ ਵਾਲਿਆਂ ਦੇ ਲਈ ਇੱਕ ਵੱਡੀ ਖਬਰ ਹੈ, ਕਿਉਂਕਿ ਰਿਸ਼ੀ ਸੁਨਕ ਸਰਕਾਰ ਨੇ ਬਰਤਾਨੀਆ ਦੇ ਵਿੱਚ ਵਿਦਿਆਰਥੀ ਵੀਜ਼ੇ ਤੇ ਪੜਨ ਜਾਣ ਵਾਲੇ ਵਿਦਿਆਰਥੀਆਂ ਤੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਮੌਜੂਦਾ ਕੰਜ਼ਰਵੇਟਿਵ ਪਾਰਟੀ 13 ਸਾਲ ਪਹਿਲਾਂ ਸੱਤਾ ਦੇ ਵਿੱਚ ਇਸ ਵਾਅਦੇ ਦੇ ਨਾਲ ਆਈ ਸੀ ਕਿ ਯੂਕੇ ਦੇ ਵਿੱਚ ਪ੍ਰਵਾਸ ਦੀ ਗਿਣਤੀ ਘਟਾਏਗੀ, ਪਰ ਇਸ ਦੇ ਬਾਵਜੂਦ ਪਾਰਟੀ ਦੇ 3 ਪ੍ਰਧਾਨ ਮੰਤਰੀ ਇਹ ਕਰਨ ਦੇ ਵਿੱਚ ਅਸਫਲ ਰਹੇ। ਨਤੀਜਾ ਹੋਇਆ ਕਿ ਲਗਾਤਾਰ ਪ੍ਰਵਾਸੀਆਂ ਦੀ ਗਿਣਤੀ ਉੱਥੇ ਵੱਧਦੀ ਰਹੀ ਤੇ ਇਸ ਦਾ ਅਸਰ ਕਹਿੰਦੇ ਇੰਗਲੈਂਡ ਦੇ ਅਰਥਚਾਰੇ ਤੇ ਪਿਆ। ਇਸ ਲਈ ਮੌਜੂਦਾ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਕੁਝ ਸਖਤ ਫੈਸਲੇ ਲਏ ਨੇ, ਜਿਸ ਤੋਂ ਬਾਅਦ ਬਰਤਾਨੀਆ ਦੇ ਵਿੱਚ ਵਿਦਿਆਰਥੀ ਵੀਜ਼ਾ ਤੇ ਜਾਣ ਵਾਲਿਆਂ ਤੇ ਸਰਕਾਰ ਨੇ ਨਵੀਆਂ ਪਾਬੰਦੀਆਂ ਲਾ ਦਿੱਤੀਆਂ ਨੇ। ਨਵੀਆਂ ਪਾਬੰਦੀਆਂ ਦੇ ਤਹਿਤ ਹੁਣ ਅਗਲੇ ਸਾਲ ਤੋਂ ਸਿਰਫ ਉਹੀ ਵਿਦਿਆਰਥੀ ਆਪਣੇ ਪਰਿਵਾਰਕ ਮੈਂਬਰਾਂ ਨੂੰ ਯੂਕੇ ਲਿਜਾ ਸਕਣਗੇ ਜਿਹੜੇ ਮਾਸਟਰ ਡਿਗਰੀ ਕਰਨ ਉੱਥੇ ਗਏ ਨੇ ਜਾਂ ਫਿਰ ਰਿਸਰਚ ਡਾਕਟਰੇਟ ਕਰਨ ਦੇ ਲਈ ਉੱਥੇ ਜਾਂਦੇ ਨੇ, ਯਾਨੀ ਕਿ ਪੀਐਚਡੀ ਦੀ ਪੜ੍ਹਾਈ ਕਰਨ ਜਾਂਦੇ ਨੇ। ਇਸ ਦੇ ਨਾਲ 2 ਚੀਜ਼ਾਂ ਤੇ ਅਸਰ ਪਏਗਾ। ਇੱਕ ਤਾਂ ਇਹ ਕਿ ਘੱਟ ਗਿਣਤੀ ਹੈ ਜਿਹੜੀ ਵਿਦਿਆਰਥੀਆਂ ਦੀ ਉੱਥੇ ਜਾਵੇਗੀ, ਕਿਉਂਕਿ ਸਿਰਫ ਦਾਖਲਾ ਲੈਣ ਵਾਲੇ ਵਿਦਿਆਰਥੀ ਹੀ ਅਜਿਹਾ ਕਰਨ ਦੇ ਯੋਗ ਹੋਣਗੇ, ਯਾਨੀ ਕਿ ਜਿਨ੍ਹਾਂ ਨੇ ਸੱਚੀ ਮੁੱਚੀ ਉੱਥੋਂ ਦੀ ਡਿਗਰੀ ਲੈਣੀ ਹੈ, ਪੜ੍ਹਾਈ ਕਰਨੀ ਹੈ, ਉਹੀ ਸਿਰਫ ਪੜ੍ਹਨ ਜਾਣਗੇ। ਜ਼ਿਆਦਾਤਰ ਜਿਹੜੇ ਵਿਦਿਆਰਥੀ ਨੇ ਉਹ ਵੱਡੇ ਮੁਲਕਾਂ ਦੇ ਵਿੱਚ ਇਸ ਕਰਕੇ ਵਿਦਿਆਰਥੀ ਵੀਜ਼ੇ ਤੇ ਜਾਂਦੇ ਨੇ ਤਾਂ ਕਿ ਉੱਥੇ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉਹ ਉੱਥੇ ਜਿਹੜਾ ਹੈਗਾ ਰਹਿਣ ਦੇ ਯੋਗ ਹੋ ਜਾਣ, ਉੱਥੋਂ ਦੀ ਪੀਆਰ ਉਹਨਾਂ ਨੂੰ ਮਿਲ ਜਾਵੇ, ਉੱਥੋਂ ਦੀ ਨਾਗਰਿਕਤਾ ਮਿਲ ਜਾਵੇ। ਸੋ ਇਹਦੇ ਨਾਲ ਗਿਣਤੀ ਜਿਹੜੀ ਜ਼ਰੂਰ ਘਟੇਗੀ। ਦੂਸਰਾ ਇਹ ਹੈ ਕਿ ਤਬਦੀਲੀ ਯੂਨਾਈਟਿਡ ਕਿੰਗਡਮ ਦੇ ਵਿੱਚ ਪੜਨ ਦੇ ਬਦਲ ਦੀ ਖਿੱਚ ਨੂੰ ਘੱਟ ਕਰ ਸਕਦੀ ਹੈ। ਰਿਸਰਚ ਮਾਸਟਰ ਦੀਆਂ ਡਿਗਰੀਆਂ ਆਮ ਤੌਰ ਤੇ 2 ਸਾਲਾਂ ਦੀਆਂ ਹੁੰਦੀਆਂ ਨੇ। ਇਸ ਤੋਂ ਬਾਅਦ ਇਹ ਵਿਦਿਆਰਥੀਆਂ ਨੂੰ ਡਾਕਟਰੀ ਪ੍ਰੋਗਰਾਮ ਤੱਕ ਪਹੁੰਚਾ ਦਿੰਦੀਆਂ ਨੇ ਤੇ ਮਾਸਟਰ ਡਿਗਰੀਆਂ ਦਾ ਜਿਹੜਾ ਵਕਫਾ ਹੈ ਬਹੁਤ ਹੀ ਛੋਟਾ ਹੈ ਤੇ ਇਸ ਕਰਕੇ ਨਿਰਭਰ ਲੋਕ ਨੇ ਜਿਹੜੇ ਇਹਨਾਂ ਦੇ ਉੱਤੇ ਡਿਪੈਂਡ ਲੋਕ ਨੇ ਉਹਨਾਂ ਨੂੰ ਇੱਥੇ ਲਿਆਉਣ ਤੋਂ ਮਨਾ ਕੀਤਾ ਗਿਆ ਹੈ, ਕਿਉਂਕਿ ਜੇ ਤੁਹਾਡੇ ਕੋਲ ਕਹਿੰਦੇ ਇੱਕ ਪਰਿਵਾਰ ਹੈ ਤਾਂ 4 ਸਾਲਾਂ ਦੇ ਲਈ ਤੁਹਾਨੂੰ ਉਸ ਤੋਂ ਵੱਖ ਨਹੀਂ ਕੀਤਾ ਜਾ ਸਕਦਾ।
2 ਸਾਲ ਪੜ੍ਹਾਈ ਕਰਕੇ ਤੁਸੀਂ ਵਾਪਸ ਉਹਨਾਂ ਦੇ ਕੋਲ ਜਾਵੋ। ਰਸਲ ਗਰੁੱਪ ਜੋ ਕਿ ਬਰਤਾਨੀਆ ਦੀਆਂ ਸਭ ਤੋਂ ਵਕਾਰੀ ਯੂਨੀਵਰਸਿਟੀਆਂ ਦੀ ਨੁਮਾਇੰਦਗੀ ਕਰਦਾ ਹੈ, ਉਸਨੇ ਵੀ ਕਿਹਾ ਹੈ ਕਿ ਨਵੀਆਂ ਪਾਬੰਦੀਆਂ ਕੌਮਾਂਤਰੀ ਵਿਦਿਆਰਥੀਆਂ ਤੋਂ ਮਹੱਤਵਪੂਰਨ ਆਮਦਨ ਨੂੰ ਖਿੱਚਣ ਦਾ ਅਧਿਐਨ ਕੇਂਦਰਾਂ ਦੀ ਯੋਗਤਾ ਨੂੰ ਪ੍ਰਭਾਵਿਤ ਕਰਨਗੀਆਂ। ਯਾਨੀ ਕਿ ਇਹਦੇ ਨਾਲ ਜਿਹੜੀ ਆਰਥਿਕਤਾ ਹੈ ਉਸ ਨੂੰ ਸੱਟ ਜ਼ਰੂਰ ਵੱਜੂਗੀ, ਕਿਉਂਕਿ ਜਿਹੜੇ ਵਿਦੇਸ਼ੀ ਵਿਦਿਆਰਥੀ ਨੇ ਉਹ ਇਹਨਾਂ ਵਿਕਸਿਤ ਮੁਲਕਾਂ ਦੀ ਆਰਥਿਕਤਾ ਦੇ ਵਿੱਚ ਵੱਡਾ ਯੋਗਦਾਨ ਪਾਉਂਦੇ ਨੇ। ਉੱਥੇ ਰਹਿੰਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਦਾ ਖਰਚਾ ਤੇ ਜਿਹੜੇ ਬਾਹਰੋਂ ਆਉਂਦੇ ਵਿਦਿਆਰਥੀ ਨੇ ਉਹਨਾਂ ਦੀ ਪੜ੍ਹਾਈ ਦੇ ਖਰਚੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਹੈ। ਬੁੱਧਵਾਰ ਨੂੰ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਵਿੱਚ ਰੇਲਵੇ ਸਟੇਸ਼ਨ ਦੇ ਨੇੜੇ ਪਿੰਡ ਧਰਮਪੁਰ ਦੇ ਖੇਤਾਂ ਦੇ ਵਿੱਚ ਇੱਕ ਵੱਡੇ ਆਕਾਰ ਦਾ ਜਿਉਂਦਾ ਬੰਬ ਮਿਲਣ ਦੇ ਨਾਲ ਦਹਿਸ਼ਤ ਫੈਲ ਗਈ। ਪੰਜਾਬ ਪੁਲਿਸ ਨੇ ਥਾਂ ਦੀ ਘੇਰਾਬੰਦੀ ਕਰਕੇ ਜਾਂਚ ਸ਼ੁਰੂ ਕੀਤੀ। ਬੰਬ ਮਿਲਣ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਹਲਚਲ ਮਚ ਗਈ ਤੇ ਪੁਲਿਸ ਨੇ ਕਿਸੇ ਨੂੰ ਮੌਕੇ ਦੇ ਉੱਤੇ ਜਾਣ ਤੋਂ ਰੋਕ ਦਿੱਤਾ। ਦਰਅਸਲ ਇਹ ਬੰਬ ਹੈ ਜਿਹੜਾ ਇੱਕ ਖੇਤ ਦੇ ਵਿੱਚ ਇੱਕ ਕਿਸਾਨ ਨੂੰ ਮਿਲਿਆ। ਬੰਬ ਮਿਲਣ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ, ਜਾਂਚ ਸ਼ੁਰੂ ਕੀਤੀ ਤਾਂ ਕਿ ਬੰਬ ਦੇ ਨਕਾਰਾ ਹੋਣ ਦਾ ਜਾਂ ਫਿਰ ਜ਼ਿੰਦਾ ਹੋਣ ਦਾ ਪਤਾ ਲੱਗ ਸਕੇ। ਜਾ ਕੇ ਦੇਖਿਆ, ਹੈਰਾਨੀ ਦੀ ਹੱਦ ਨਹੀਂ ਰਹੀ, ਕਿਉਂਕਿ ਬੰਬ ਦਾ ਆਕਾਰ ਵੀ ਬਹੁਤ ਵੱਡਾ ਸੀ ਤੇ ਬੰਬ ਜਿਉਂਦਾ ਹਾਲਤ ਦੇ ਵਿੱਚ ਸੀ। ਉਸ ਤੋਂ ਬਾਅਦ ਪੁਲਿਸ ਨੇ ਬੰਬ ਨਿਰੋਧਕ ਦਸਤੇ ਤੇ ਫੌਜ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਸੂਚਿਤ ਕਰ ਦਿੱਤਾ। ਦੋਵੇਂ ਟੀਮਾਂ ਮੌਕੇ ਤੇ ਪਹੁੰਚ ਗਈਆਂ। ਬੰਬ ਡਿਸਪੋਜ਼ਲ ਸਕੁਐਡ ਦਾ ਜਿਹੜਾ ਕੰਮ ਹੁੰਦਾ ਹੈ ਉਹ ਬੰਬ ਨੂੰ ਨਕਾਰਾ ਕਰਨ ਦਾ ਹੁੰਦਾ ਹੈ ਤੇ ਉਹਨਾਂ ਨੇ ਉਹੀ ਕੀਤਾ। ਪੰਜਾਬ ਦੀਆਂ ਵੱਡੀਆਂ ਖਬਰਾਂ ਦੇ ਇਸ ਖਾਸ ਟੌਪ ਨਿਊਜ਼ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਛੇਤੀ ਹੀ ਮਿਲਾਂਗੇ ਐਮਰਜੈਂਸੀ ਬੁਲੇਟਿਨ ਦੇ ਵਿੱਚ ਪੰਜਾਬ, ਭਾਰਤ ਤੇ ਦੁਨੀਆ ਭਰ ਦੀਆਂ ਸਾਰੀਆਂ ਵੱਡੀਆਂ ਖਬਰਾਂ ਦੇ ਨਾਲ। ਧੰਨਵਾਦ।